ਸਤਿ ਸ਼੍ਰੀ ਅਕਾਲ ਜੀ, ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਇੱਕ ਨਵਾਂ ਟੌਪਿਕ ਲਾਈਵ ਸੈਸ਼ਨ ਦੇ ਵਿੱਚ। ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਰਿਗਾਰਡਿੰਗ। ਆਸਟ੍ਰੇਲੀਆ ਦੇ ਲਈ ਬਹੁਤ ਸਾਰੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਨੇ ਉਹ ਰਿਕੁਆਇਰਡ ਹੁੰਦੇ ਨੇ। ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਉਹਨਾਂ ਦੀ ਕੁਐਰੀਜ਼ ਹੁੰਦੀਆਂ ਨੇ ਕਿ ਫਾਈਨੈਂਸ਼ੀਅਲ ਡਾਕੂਮੈਂਟਸ ਕਿਹੜੇ ਚਾਹੀਦੇ ਆ, ਫੰਡਸ ਕਿੰਨੇ ਪੁਰਾਣੇ ਹੋਣੇ ਚਾਹੀਦੇ ਨੇ। ਤੇ ਉਹਨਾਂ ਦੇ ਲਈ ਅੱਜ ਅਸੀਂ ਇੱਕ ਸਪੈਸ਼ਲ ਸ਼ੋਅ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਫਾਈਨੈਂਸ਼ੀਅਲ ਡਾਕੂਮੈਂਟਸ, ਫੰਡਸ ਤੇ ਲੋਨਸ ਵਗੈਰਾ ਦੇ ਰਿਗਾਰਡਿੰਗ ਸਾਰਾ ਕੁਝ ਆਸਟ੍ਰੇਲੀਆ ਦੇ ਵਿੱਚ। ਤੇ ਮੇਰੇ ਨਾਲ ਇਸ ਟੌਪਿਕ ਦੇ ਉੱਤੇ ਡਿਸਕਸ਼ਨ ਕਰਨਗੇ ਸਟੱਡੀ ਵਰਲਡ ਦੇ MD ਮਿਸਟਰ ਮਨੀਸ਼ ਗੁਪਤਾ ਜੀ। ਸਤਿ ਸ਼੍ਰੀ ਅਕਾਲ ਸਰ। ਸਰ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਆਸਟ੍ਰੇਲੀਆ ਦੇ ਲਈ ਫਾਈਨੈਂਸ਼ੀਅਲ ਡਾਕੂਮੈਂਟਸ ਕਿਹੜੇ ਰਿਕੁਆਇਰਡ ਨੇ। देखो फंड्स की गल करिए भी ਇਹਦਾ ਲਾਈਕ ਆਸਟ੍ਰੇਲੀਆ ਦਾ ਸਿਸਟਮ ਕਿਵੇਂ ਹੈ ਵੀ 1 ਸਾਲ ਦੀ ਫੀਸ ਤੇ 1 ਸਾਲ ਦੇ ਲਿਵਿੰਗ ਐਕਸਪੈਂਸਿਸ ਤੇ ਟਰੈਵਲ ਦਾ ਖਰਚਾ, ਇਹ ਤਿੰਨ ਚੀਜ਼ਾਂ ਦਿਖਾਣੀਆਂ ਹੁੰਦੀਆਂ ਵੀ। ਆਪਾਂ ਅਗਰ ਸਿੰਗਲ ਬੱਚੇ ਦੀ ਗੱਲ ਕਰੀਏ ਵੀ ਅਪਰੋਕਸੀਮੇਟਲੀ 12 ਲੱਖ ਰੁਪਇਆ ਬੱਚੇ ਦਾ ਜਿਹੜਾ ਲਿਵਿੰਗ ਐਕਸਪੈਂਸਿਸ ਹੁੰਦੇ ਨੇ। ਤੇ ਜਿਹੜਾ ਆਪਾਂ ਫੀਸ ਦੀ ਗੱਲ ਕਰੀਏ, ਫੀਸ ਡਿਪੈਂਡ ਕਰਦੇ ਵੀ ਬੱਚੇ ਦੀ 1 ਸਾਲ ਦੀ ਫੀਸ ਕਿੰਨੀ ਹੈ। ਵੀ ਡਿਪਲੋਮੇ ਦੀ ਫੀਸ ਜਿਵੇਂ ਤੁਸੀਂ ਲਾ ਲਓ 6-7 ਲੱਖ ਹੋਏਗੀ, ਡਿਗਰੀ ਦੀ ਫੀਸ ਕੋਈ 13-14 ਲੱਖ ਵੀ ਹੋ ਸਕਦੀ ਹੈ, 15 ਲੱਖ ਵੀ ਹੋ ਸਕਦੀ ਹੈ ਵੀ। ਦੂਸਰੀ ਚੀਜ਼ ਅਸੀਂ 1 ਸਾਲ ਦੀ ਫੀਸ ਜਿਹੜੀ ਆਪਾਂ ਐਡ ਕਰ ਦਿੰਦੇ ਹਾਂ। ਅਤੇ ਤੀਸਰਾ ਏਅਰ ਟਿਕਟ ਦਾ, ਜਿਵੇਂ ਇਸ ਟਾਈਮ ਜਿਹੜਾ ਏਅਰ ਟਿਕਟ ਦਾ 1 ਲੱਖ ਰੁਪਇਆ ਖਰਚਾ ਜਿਹੜਾ ਹੈਗਾ ਵੀ ਉਹ ਦਿਖਾਉਣਾ ਪੈਂਦਾ ਹੈਗਾ। ਅਤੇ ਇਸ ਤੋਂ ਇਲਾਵਾ ਜਿਵੇਂ ਲਾਈਕ ਇੰਸ਼ੋਰੈਂਸ ਹੁੰਦੀ ਹੈ, ਜੋ ਹੈਲਥ ਇੰਸ਼ੋਰੈਂਸ ਹੁੰਦੀ ਹੈ, ਇਹਦੇ ਦਿਖਾਣੇ ਪੈਂਦੇ ਨੇ। ਵੀ ਸਪੋਜ਼ ਕਰੋ ਆਪਾਂ ਐਗਜ਼ਾਮਪਲ ਲੈਂਦੇ ਵੀ 10 ਲੱਖ ਅਗਰ ਬੱਚੇ ਦੀ 1 ਸਾਲ ਦੀ ਫੀਸ ਆ ਰਹੀ ਹੈ ਅਤੇ 12 ਲੱਖ ਰੁਪਇਆ ਲਿਵਿੰਗ ਐਕਸਪੈਂਸਿਸ ਜੁੜ ਗਏ ਅਤੇ 22 ਲੱਖ ਹੋ ਗਿਆ, 1 ਲੱਖ ਇੰਸ਼ੋਰੈਂਸ ਦਾ ਹੋ ਗਿਆ ਅਤੇ 1 ਲੱਖ ਰੁਪਇਆ ਰਫਲੀ ਤੁਸੀਂ ਟਿਕਟ ਦਾ ਲਗਾ ਕੇ ਚੱਲੋ। ਅਤੇ ਟੋਟਲ ਕਰਕੇ ਹੀ ਕੋਈ 24 ਲੱਖ ਰੁਪਏ ਦੇ ਆਸ-ਪਾਸ ਬੱਚੇ ਨੂੰ ਫੰਡ ਸ਼ੋ ਕਰਨੇ ਪੈਣੇ ਆ। ਅਤੇ ਇਹੀ ਅਗਰ ਸਪਾਊਸ ਕੇਸ ਹੋਏ ਤਾਂ ਸਪਾਊਸ ਕੇਸ 'ਚ ਕੋਈ ਅਰਾਊਂਡ 5.5 ਲੱਖ ਰੁਪਇਆ ਅਸੀਂ ਐਕਸਟਰਾ ਸ਼ੋ ਕਰਦੇ ਹਾਂ। ਅਤੇ ਇਹੀ ਜਿਹੜੇ ਕੇਸ ਹੈ 24.5 ਜਾਂ 24 ਲੱਖ ਰੁਪਏ ਦਾ ਕੋਈ 29 ਲੱਖ ਰੁਪਇਆ ਹੋ ਗਿਆ। ਅਤੇ ਜਿਹੜਾ ਡਾਲਰ ਰੇਟ ਜਿਹੜਾ ਹੈਗਾ ਉਹ ਅਪਰੋਕਸੀਮੇਟਲੀ ਇਸ ਟਾਈਮ 53 ਰੁਪਏ 75 ਪੈਸੇ ਜਾਂ 54 ਰੁਪਏ ਦੇ ਆਸ-ਪਾਸ ਚੱਲ ਰਿਹਾ ਵੀ ਪਰ ਡਾਲਰ ਵੀ ਇੰਡੀਆ ਦੀ ਕਰੰਸੀ ਜਿਹੜੀ ਹੈਗੀ ਹੈ। ਅਤੇ ਇਹਦੇ ਅਕੋਰਡਿੰਗਲੀ ਅਗਰ ਬੱਚਾ ਲੈ ਕੇ ਚੱਲਦੇ ਤਾਂ ਵੀ ਇਸ ਟਾਈਮ 'ਤੇ ਵੀ ਸਿੰਗਲ ਕੇਸ 'ਚ ਤੁਸੀਂ ਲਾ ਕੇ ਚੱਲੋ ਵੀ ਰਫਲੀ ਲਾਈਕ 17-18 ਲੱਖ ਤੋਂ ਲੈ ਕੇ 27-28 ਲੱਖ ਤੱਕ ਸ਼ੋ ਹੁੰਦੇ ਆ ਡਿਪੈਂਡਿੰਗ ਔਨ ਦਾ ਕੋਰਸ। ਅਤੇ ਜਿਹੜਾ ਆਪਾਂ ਸਪਾਊਸ ਕੇਸ ਦੀ ਗੱਲ ਕਰੀਏ ਤਾਂ ਅਪਰੋਕਸੀਮੇਟ 27-28 ਲੱਖ ਰੁਪਏ ਤੋਂ ਲੈ ਕੇ 34-35 ਲੱਖ ਰੁਪਏ ਤੱਕ ਦੇ ਫੰਡ ਸ਼ੋ ਹੁੰਦੇ ਨੇ ਸਪਾਊਸ ਕੇਸ ਨੂੰ ਲੈ ਕੇ। ਓਕੇ ਸਰ, ਮੈਂ ਨੈਕਸਟ ਕੁਐਸਚਨ ਜਿਹੜਾ ਪੁੱਛਣਾ ਚਾਹੂੰਗੀ ਕਿ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਨੇ ਕਿ ਫੰਡਸ ਜਿਹੜੇ ਨੇ ਉਹ ਕਿੰਨੇ ਪੁਰਾਣੇ ਹੋਣੇ ਚਾਹੀਦੇ ਨੇ। ਜੀ, ਇਹਦੇ ਵਿੱਚ ਦੇਖੋ ਜੋ ਲੈਵਲ 2 ਦੀਆਂ ਯੂਨੀਵਰਸਿਟੀਆਂ, ਲੈਵਲ 3 ਦੀਆਂ ਯੂਨੀਵਰਸਿਟੀਆਂ ਜਾਂ ਕਾਲਜਿਸ ਆ ਜਾਂਦੇ ਨੇ, ਇਹਦੇ ਵਿੱਚ ਫੰਡ ਜਿਹੜੇ 3 ਮਹੀਨੇ ਪੁਰਾਣੇ ਚਾਹੀਦੇ ਨੇ। ਵੀ ਜ਼ਿਆਦਾਤਰ ਯੂਨੀਵਰਸਿਟੀਆਂ 3 ਮਹੀਨੇ ਪੁਰਾਣੇ ਫੰਡ ਹੀ ਐਕਸੈਪਟ ਕਰਦੀਆਂ ਅਤੇ ਐਮਬੈਸੀ ਦੇ ਵਿੱਚ ਵੀ ਜੋ ਜਾਣੀ ਹੈ ਅਤੇ ਫੰਡਸ 3 ਮਹੀਨੇ ਪੁਰਾਣੇ ਸਾਨੂੰ ਦਿਖਾਉਣੇ ਪੈਂਦੇ ਨੇ। ਅਤੇ ਜੇ ਆਪਾਂ ਗੱਲ ਕਰੀਏ ਆਪਣਾ ਲੈਵਲ 1 ਦੀਆਂ ਯੂਨੀਵਰਸਿਟੀਆਂ ਦੀ, ਉਹਦੇ ਵਿੱਚ ਯੂਨੀਵਰਸਿਟੀਆਂ ਲੈਵਲ 1 ਦੀਆਂ ਨਵੇਂ ਫੰਡਸ ਵੀ ਐਕਸੈਪਟ ਕਰ ਦਿੰਦੀ ਹੈ। ਅਤੇ ਐਮਬੈਸੀ 'ਚ ਜਦੋਂ ਫਾਈਲ ਅਸੀਂ ਲਗਾਉਂਦੇ ਹਾਂ, ਅਸੀਂ ਫੰਡ ਲਗਾਈਏ ਜਾਂ ਨਾ ਲਗਾਈਏ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ। ਐਮਬੈਸੀ ਫੰਡਸ ਦੀ ਵਜ੍ਹਾ ਤੋਂ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ ਹੈਗੀ। ਅਤੇ ਅਗਰ ਫੰਡਸ ਬੱਚੇ ਕੋਲ ਨਵੇਂ ਵੀ ਹੈ ਜਾਂ ਨਵੇਂ ਨਹੀਂ ਹੈਗੇ, ਪੁਰਾਣੇ ਹੈਗੇ ਨੇ, ਜੈਨੂਅਨ ਫੰਡਸ ਹੋਣੇ ਚਾਹੀਦੇ ਨੇ। ਬੇਸ਼ੱਕ 1 ਦਿਨ ਪੁਰਾਣੇ ਵੀ ਹੋਣ ਅਤੇ ਲੈਵਲ 1 ਦੇ ਵਿੱਚ ਉਹ ਅਸੈਪਟੇਬਲ ਹੈਗੇ ਨੇ। ਬਾਕੀ ਡਿਪੈਂਡ ਪਤਾ ਕੀ ਕਰਦਾ ਇਹਦੇ ਵਿੱਚ ਸਿਸਟਮ ਕਿਵੇਂ ਹੈ ਵੀ ਜਦੋਂ ਅਸੀਂ ਯਾਨੀ ਕਿ ਸਟਾਰਟ ਕਰਦੇ ਹਾਂ, ਪਹਿਲਾਂ ਐਡਮਿਸ਼ਨ ਆਉਂਦੀ ਹੈ। ਐਡਮਿਸ਼ਨ ਆਉਣ ਤੋਂ ਬਾਅਦ ਲੈਵਲ 1 ਦੀ ਯੂਨੀਵਰਸਿਟੀ ਹੋਏ, 2 ਦੀ ਹੋਵੇ, ਕਾਲਜ ਹੋਏ, ਜੋ ਮਰਜ਼ੀ ਹੋਏ, ਪਹਿਲਾਂ ਉਹਨਾਂ ਨੇ ਕਹਿਣਾ ਜੀ ਸਾਨੂੰ ਫੰਡ ਸ਼ੋ ਕਰੋ। ਸਾਡਾ ਸੈਕਿੰਡ ਸਟੈਪ ਫੰਡ ਸ਼ੋ ਕਰਨ ਦਾ ਹੋ ਜਾਂਦਾ। ਉਸ ਟਾਈਮ 'ਤੇ 1 ਸਾਲ ਦੀ ਫੀਸ, 1 ਸਾਲ ਦੇ ਲਿਵਿੰਗ ਐਕਸਪੈਂਸਿਸ ਅਤੇ ਟਰੈਵਲ ਅਤੇ ਇੰਸ਼ੋਰੈਂਸ, ਇਹ 4 ਚੀਜ਼ਾਂ ਅਸੀਂ ਸ਼ੋ ਕਰਦੇ ਹਾਂ। ਅਤੇ ਉਸ ਟਾਈਮ 'ਤੇ ਜਿਹੜੀ ਯੂਨੀਵਰਸਿਟੀ ਦੀਆਂ ਰਿਕੁਆਇਰਮੈਂਟਸ ਹੋਣਗੀਆਂ, ਜਿਵੇਂ ਹੁਣ ਅਗਰ ਲੈਵਲ 2 ਦੀ ਯੂਨੀਵਰਸਿਟੀ ਕਹਿੰਦੀ ਜੀ 3 ਮਹੀਨੇ ਪੁਰਾਣੇ ਫੰਡ ਦਿਖਾਓ, ਸਾਨੂੰ ਦਿਖਾਉਣਾ ਪੈਣਗੇ। ਕੋਈ ਕਹਿੰਦੇ 6 ਮਹੀਨੇ ਪੁਰਾਣੇ ਦਿਖਾਓ, ਸਾਨੂੰ ਉਹ ਵੀ ਦਿਖਾਉਣੇ ਪੈਂਦੇ ਨੇ। ਫਿਰ ਉਸ ਟਾਈਮ 'ਤੇ ਯੂਨੀਵਰਸਿਟੀ ਦੀ ਚੱਲੇਗੀ। ਅਗਰ ਕੋਈ ਯੂਨੀਵਰਸਿਟੀ ਕਹਿੰਦੀ ਵੀ ਨਵੇਂ ਫੰਡਸ ਅਸੈਪਟੇਬਲ ਹੈ, ਲੈਵਲ 1 ਹੈ ਜਾਂ ਲੈਵਲ 2 ਦੀ ਵੀ ਯੂਨੀਵਰਸਿਟੀ ਹੈ, ਨਵੇਂ ਫੰਡਸ ਅਸੈਪਟ ਕਰਦੀ ਹੈ, ਅਸੈਪਟੇਬਲ ਹੈ ਜੀ, ਕੋਈ ਦਿੱਕਤ ਨਹੀਂ। ਉਸ ਟਾਈਮ 'ਤੇ ਸਿਰਫ ਯੂਨੀਵਰਸਿਟੀ ਚੱਲੇਗੀ। ਯੂਨੀਵਰਸਿਟੀ ਅਗਰ ਕਹੇਗੀ ਨਵੇਂ ਫੰਡਸ ਹੈਗੇ ਹੈ ਅਤੇ ਸੋਰਸ ਦਿਖਾਓ ਵੀ ਪੈਸੇ ਕਿੱਥੇ ਆਏ ਨੇ। ਇਹ ਸਾਰਾ ਦਾ ਸਾਰਾ ਡਿਪੈਂਡ ਕਰਦਾ ਯੂਨੀਵਰਸਿਟੀ ਤੋਂ ਯੂਨੀਵਰਸਿਟੀ। ਅਤੇ ਉਸ ਤੋਂ ਬਾਅਦ ਜਦੋਂ ਅੰਬੈਸੀ 'ਚ ਫਾਈਲ ਜਾਂਦੀ ਹੈ ਅਤੇ ਉਦੋਂ ਅੰਬੈਸੀ ਦੇ ਵਿੱਚ ਵੀ ਐਜ਼ ਸੱਚ ਕੋਈ ਮੈਟਰ ਨਹੀਂ ਕਰਦਾ। ਵੀ ਫਿਰ ਵੀ ਮੈਂ ਇਹੀ ਕਹੂੰਗਾ ਕਿ ਲੈਵਲ 2 ਦੀ ਯੂਨੀਵਰਸਿਟੀ ਤੁਸੀਂ ਅਪਲਾਈ ਕਰ ਰਹੇ ਹੋ ਅਤੇ 3 ਮਹੀਨੇ ਪੁਰਾਣੇ ਫੰਡਸ ਲਗਾਓ। ਅਗਰ ਤੁਹਾਡੇ ਫੰਡਸ ਨਹੀਂ ਹੈਗੇ ਪੁਰਾਣੇ ਅਤੇ ਫਿਰ ਵੀ ਕੋਸ਼ਿਸ਼ ਕਰੋ ਵੀ ਅੱਧੇ ਕੁ ਫੰਡ ਤੁਸੀਂ ਪੁਰਾਣੇ ਦਿਖਾਓ ਅਤੇ ਅੱਧੇ ਕੁ ਫੰਡ ਜਿਹੜੇ ਹੈਗੇ ਨੇ ਤੁਸੀਂ ਨਵੇਂ ਦਿਖਾ ਕੇ ਸੋਰਸ ਲਗਾਓ ਵੀ ਉਹ ਪੈਸੇ ਤੁਹਾਡੇ ਕੋਲ ਕਿੱਥੋਂ ਆਏ ਨੇ। ਜਿਵੇਂ ਕੋਈ ਐਜੂਕੇਸ਼ਨ ਲੋਨ, ਅਗਰ ਤੁਸੀਂ ਕੋਈ ਜਿਵੇਂ ਫੋਰ ਐਗਜ਼ਾਮਪਲ ਹਾਊਸਿੰਗ ਲੋਨ ਲਿੱਤਾ, ਲੋਨ ਦੇ ਵਿੱਚ ਤੁਸੀਂ ਪੈਸੇ ਆਪਦੇ ਪਰਸਨਲ ਅਕਾਊਂਟ 'ਚ ਪਾ ਦੇ, ਉਹ ਵੀ ਅਸੈਪਟੇਬਲ ਹੈ। ਫਿਰ ਤੁਸੀਂ ਕੋਈ
ਜ਼ਮੀਨ ਵੇਚੀ ਹੈ ਜਾਂ ਜ਼ਮੀਨ ਦਾ ਬਿਆਨਾ ਕੀਤਾ ਉਹ ਵੀ ਅਸੈਪਟੇਬਲ ਹੈਗਾ, ਕੋਈ ਆੜਤੀ ਤੋਂ ਤੁਹਾਨੂੰ ਪੇਮੈਂਟ ਆਈ ਹੈ ਉਹ ਵੀ ਅਸੈਪਟੇਬਲ ਹੈ, ਕੋਈ ਗੋਲਡ ਦੇ ਅਗੇਂਸਟ ਲੋਨ ਦਿੱਤਾ ਉਹ ਵੀ ਅਸੈਪਟੇਬਲ ਹੈ, ਕੋਈ ਗੱਡੀ ਵੇਚੀ ਹੈ, ਕੋਈ ਟਰੈਕਟਰ ਟਰਾਲੀ ਵੇਚਿਆ ਉਹਦੇ ਨਾਲ ਤੁਹਾਨੂੰ ਪੇਮੈਂਟ ਆਈ ਹੈ ਉਹ ਵੀ ਅਸੈਪਟੇਬਲ ਹੈ। ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਅਸੈਪਟੇਬਲ ਹੈ। ਵੀ ਜ਼ਿਆਦਾ ਇਹ ਕੇਸ ਜਿਹੜੇ ਹੈਗੇ ਨੇ ਪਰਸਨਲਾਈਜ਼ ਹੁੰਦੀਆਂ ਗੱਲਾਂ, ਵੀ ਤੁਸੀਂ ਵਿਜ਼ਿਟ ਕਰੋ ਸਾਡੇ ਆਫਿਸ 'ਚ, ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਨਵੇਂ ਫੰਡਸ ਨੂੰ ਵੀ ਅਸੈਪਟ ਕਰਾਇਆ ਜਾ ਸਕਦਾ ਅਤੇ ਕਿਹੜੇ ਤਰੀਕੇ ਹੈਗੇ ਨੇ ਜਿਹਦੇ ਨਾਲ ਆਪਾਂ ਫੰਡਸ ਸ਼ੋਅ ਕਰ ਸਕਦੇ ਹਾਂ। ਠੀਕ ਹੈ ਸਰ, ਡਿਪਲੋਮਾ ਡਿਗਰੀ ਤੇ ਮਾਸਟਰਸ ਦੇ ਲਈ ਵੀ ਕੁਝ ਫੰਡਸ ਦੇ ਰਿਕੁਆਇਰਮੈਂਟ ਵੈਰੀ ਕਰਦੀ ਹੈ? ਬਿਲਕੁਲ ਵੈਰੀ ਕਰਦੀ ਹੈ ਜੀ। ਡਿਪਲੋਮੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਵੀ 12 ਲੱਖ ਰੁਪਇਆ ਲਿਵਿੰਗ ਐਕਸਪੈਂਸਿਸ ਹੋ ਗਿਆ, ਅਰਾਊਂਡ 6 ਤੋਂ 7 ਲੱਖ ਰੁਪਇਆ ਤੁਸੀਂ ਸੋਚ ਕੇ ਚਲੋ ਇੱਕ ਸਾਲ ਦੀ ਫੀਸ, 19 ਲੱਖ 1 ਲੱਖ ਰੁਪਇਆ ਤੇ ਟਰੈਵਲ ਦਾ ਤੇ 1 ਲੱਖ ਰੁਪਇਆ ਇੰਸ਼ੋਰੈਂਸ ਦਾ, ਅਰਾਊਂਡ 20 ਤੋਂ 21 ਲੱਖ ਰੁਪਇਆ ਫੰਡ ਚਾਹੀਦੇ ਨੇ। ਇਸ ਤੋਂ ਵੱਧ ਲੋੜ ਨਹੀਂ ਹੁੰਦੀ ਫੰਡਸ ਦੀ। ਬੇਸ਼ੱਕ ਡਿਪਲੋਮੇ ਦੇ ਵਿੱਚ ਵੈਸੇ ਮੈਂ ਇਹ ਰਿਕਮੈਂਡ ਕਰੂੰਗਾ ਵੀ 3 ਮਹੀਨੇ ਪੁਰਾਣੇ ਫੰਡਸ ਦਿਖਾਓ, ਅਗਰ ਨਹੀਂ ਹੈਗੇ 3 ਮਹੀਨੇ ਪੁਰਾਣੇ ਤਾਂ ਸੋਰਸ ਜ਼ਰੂਰ ਲਗਾਓ। ਸੋਰਸ ਦਾ ਵੀ ਇਹ ਨਹੀਂ ਹੈਗਾ ਵੀ ਤੁਸੀਂ ਕਹਿ ਦਿਓ ਜੀ ਫਲਾਣੇ ਤੋਂ ਅਸੀਂ ਉਧਾਰ ਦਿੱਤੇ ਹੋਏ ਸੀ ਵੀ ਕੈਸ਼ ਅਸੀਂ ਅਕਾਊਂਟ 'ਚ ਪਾ ਦਿਆ ਤਾਂ ਜੀ ਆ ਗਿਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਇਹ ਕੋਈ ਐਕਸਪਲੇਨੇਸ਼ਨ ਨਹੀਂ ਹੈਗਾ। ਪੇਮੈਂਟ ਜਿਹੜੀ ਨਵੀਂ ਤੁਹਾਡੀ ਫੰਡ ਅਕਾਊਂਟ 'ਚ ਆਈ ਯਾਨੀ ਕਿ ਅਗਰ ਤੁਹਾਨੂੰ ਪੇਮੈਂਟ ਮਿਲ ਰਹੀ ਹੈ ਉਹ ਤੁਹਾਡੀ ਜਿਹੜੀ ਪੇਮੈਂਟ ਹੈਗੀ ਅਕਾਊਂਟ ਵਿੱਚ ਆਉਣੀ ਚਾਹੀਦੀ ਹੈ, ਅਤੇ ਕਿਸੇ ਦੇ ਅਕਾਊਂਟ 'ਚ ਤੁਹਾਡੇ ਅਕਾਊਂਟ 'ਚ ਆ ਰਹੀ ਹੈ ਅਤੇ ਉਹ ਅਕਾਊਂਟ ਦਾ ਤੁਸੀਂ ਦੱਸਣਾ ਵੀ ਇਹ ਅਕਾਊਂਟ 'ਚ ਤੁਹਾਡੇ ਪੈਸੇ ਜਿਹੜੇ ਆਏ ਨੇ ਉਹ ਕਿਵੇਂ ਆਏ ਨੇ, ਵੀ ਕਿਸ ਰੀਜ਼ਨ ਨਾਲ ਤੁਹਾਨੂੰ ਵਾਪਸ ਆਏ ਨੇ ਜਾਂ ਆਏ ਨੇ ਤੁਹਾਨੂੰ ਪੈਸੇ, ਵੀ ਉਹਨੂੰ ਕਹਿੰਦੇ ਨੇ ਸੋਰਸ। ਵੀ ਉਹਦਾ ਤੁਹਾਡੇ ਕੋਲ ਇੰਨੀ ਪੇਮੈਂਟ ਆਉਣ ਦਾ ਜਰੀਆ ਕੀ ਹੈ, ਰੀਜ਼ਨ ਕੀ ਹੈ ਉਸ ਚੀਜ਼ ਦਾ। ਅਤੇ ਅਗਰ ਉਹ ਚੀਜ਼ ਤੁਸੀਂ ਪ੍ਰੋਵਾਈਡ ਕਰਦੇ ਹੋ ਅਤੇ ਉਹ ਜੈਨੂਅਨ ਹੋਣਾ ਚਾਹੀਦਾ। ਇਹ ਨਹੀਂ ਹੈਗਾ ਵੀ ਤੁਸੀਂ ਕੋਈ ਫੇਕ ਰਜਿਸਟਰ ਦੀ ਕਾਪੀ ਲਗਾਤੀ ਜੀ ਜਾਂ ਕੋਈ ਹੋਰ ਫੇਕ ਸੇਡ ਐਗਰੀਮੈਂਟ ਲਗਾਤਾ ਜਾਂ ਕੁਛ ਹੋਰ ਕਰਤਾ। ਵੀ ਜੋ ਵੀ ਚੀਜ਼ ਹੋਏ ਸਹੀ ਹੋਏ, ਕਿਤੋਂ ਵੀ ਵੈਰੀਫਿਕੇਸ਼ਨ ਹੋਏ, ਕੁਛ ਵੀ ਉਹ ਸਹੀ ਨਿਕਲਣੀ ਚਾਹੀਦੀ ਹੈ। ਇਸ ਤੋਂ ਵੱਧ ਮੈਟਰ ਨਹੀਂ ਹੈਗਾ। ਬਾਕੀ ਹੁਣ ਬਥੇਰੇ ਕੰਸਲਟੈਂਟ ਕਹਿੰਦੇ ਨੇ ਬੱਚਿਆਂ ਨੂੰ ਜੀ ਫਲਾਣੇ ਸੇਮ ਨਾਮ ਦੀ ਅਸੀਂ ਐਫ ਡੀ ਲਗਾ ਦਾਂਗੇ ਜਾਂ ਕਿਸੇ ਨੂੰ ਦਾਦਾ ਨਾਨਾ ਬਣਾ ਕੇ ਲਗਾ ਦਾਂਗੇ, ਵੀ ਸੇਮ ਯਾਨੀ ਕਿ ਆਈ ਡੀ ਪ੍ਰੂਫ ਚੇਂਜ ਕਰਕੇ ਲਾ ਦਾਂਗੇ ਜਾਂ ਕੁਛ ਵੀ ਕਰ ਦਾਂਗੇ। ਇਹ ਚੱਕਰਾਂ 'ਚ ਨਾ ਪਓ। ਯੂਨੀਵਰਸਿਟੀਆਂ ਵੀ ਬਹੁਤ ਚੈਕਿੰਗ ਕਰਦੀਆਂ ਅਤੇ ਐਮਬੈਸੀ ਦਾ ਖੈਰ ਕਰਦੀ ਚੈਕਿੰਗ ਹੈ। ਖਾਸ ਕਰ ਮੈਂ ਲੈਵਲ 2 ਦੀ ਗੱਲ ਕਰੂੰਗਾ। ਜਿਹੜੇ ਬੱਚੇ ਦੇਖ ਰਹੇ ਨੇ ਅਤੇ ਜਿਹੜੇ ਸਾਨੂੰ ਪਿੱਛੇ ਜੇ ਅਪਰੋਚ ਵੀ ਕੀਤਾ ਜਿਨ੍ਹਾਂ ਨੇ ਰਿਜੈਕਟ ਕਰਾ ਕੇ, ਉਹ ਗੱਲ ਕਹਿਣਗੇ ਵੀ ਗੱਲ ਸਹੀ ਹੈ। ਬਥੇਰੇ ਬੱਚਿਆਂ ਦੀ ਫਾਈਲਾਂ ਲੈਵਲ 2 ਦੇ ਵਿੱਚ ਕਈ ਕੰਸਲਟੈਂਟਾਂ ਨੇ ਲਾ ਰੱਖੀਆਂ ਸੀਗੀਆਂ, ਫੰਡ ਇੱਧਰ ਉੱਧਰ ਦੇ ਸ਼ੋਅ ਕੀਤੇ ਹੋਏ ਸੀ, ਇਨਕਮ ਦੇ ਡਾਕੂਮੈਂਟ ਇੱਧਰ ਉੱਧਰ ਦੇ ਸ਼ੋਅ ਕੀਤੇ ਸੀਗੇ। ਅਤੇ ਲੈਵਲ 2 ਦੇ ਵਿੱਚ ਫੰਡਸ ਦੀ ਵੈਰੀਫਿਕੇਸ਼ਨ ਹੋਣੀ ਹੈ। ਉਸ ਤੋਂ ਬਿਨਾਂ ਤੁਹਾਡਾ ਵੀਜ਼ਾ ਨਹੀਂ ਆ ਸਕਦਾ ਕਿਉਂਕਿ ਇਹ ਮੈਂਡੇਟਰੀ ਡਾਕੂਮੈਂਟ ਹੈ। ਲੈਵਲ 1 ਦੇ ਵਿੱਚ ਤੁਸੀਂ ਫਾਈਲ ਦੇ ਵਿੱਚ ਫੰਡ ਲਗਾਓ ਨਾ ਲਗਾਓ ਕੋਈ ਫਰਕ ਨਹੀਂ ਪੈਂਦਾ, ਉਹਦੇ ਨਾਲ ਵੀਜ਼ਾ ਰਿਫਿਊਜ਼ ਨਹੀਂ ਹੋ ਸਕਦਾ ਕਿਉਂਕਿ ਮੈਂਡੇਟਰੀ ਡਾਕੂਮੈਂਟ ਫਾਈਨੈਂਸ਼ੀਅਲ ਨਹੀਂ ਹੈਗੇ ਅਗਰ ਲੈਵਲ 1 'ਚ ਤੁਸੀਂ ਫਾਈਲ ਲਗਾਉਂਦੇ ਹੋ। ਅਤੇ ਹੁਣ ਲੈਵਲ 2  'ਚ ਉਹਦੇ ਵਿੱਚ ਫਾਈਲਾਂ ਲੱਗੀਆਂ ਹੋਈਆਂ ਸੀਗੀਆਂ ਜੀ, ਫੰਡ ਜਿਹੜੇ ਹੈ ਕਢਾ ਦਿੱਤੇ ਗਏ ਜਾਂ ਫਿਰ ਕੋਈ ਵੈਸੀ ਦਾਦਾ ਨਾਨਾ ਬਣਾ ਕੇ ਲਗਾ ਦਿੱਤਾ ਵੀ ਆਈ ਡੀ ਪ੍ਰੂਫ ਚੇਂਜ ਕਰਕੇ। ਕਈਆਂ ਦੇ ਵਿੱਚ ਇਨਕਮ ਦੇ ਡਾਕੂਮੈਂਟ ਜਿਹੜੇ ਇਨਕਮ ਟੈਕਸ ਰਿਟਰਨਾਂ ਲੱਗੀਆਂ ਸੀ ਉਹ ਫੇਕ ਸੀਗੀਆਂ। ਦੇਖੋ ਅੰਬੈਸੀ ਨੇ ਹਰ ਚੀਜ਼ ਵੈਰੀਫਾਈ ਕਰਨਾ ਹੈ। ਜਦ ਮੈਂਡੇਟਰੀ ਡਾਕੂਮੈਂਟ ਹੈ ਅਤੇ ਉਹਨਾਂ ਨੇ ਵੈਰੀਫਾਈ ਕਰਨਾ ਹੀ ਕਰਨਾ, ਤੁਹਾਡੇ ਕੋਲ ਕੋਈ ਚੋਇਸ ਨਹੀਂ ਹੈਗੀ। ਅਤੇ ਜਦ ਮੈਂਡੇਟਰੀ ਡਾਕੂਮੈਂਟ ਕੋਈ ਚੀਜ਼ ਨਹੀਂ ਹੈਗੀ ਤਾਂ ਫਿਰ ਉਸ ਤੋਂ ਬਿਨਾਂ ਤੁਹਾਡਾ ਵੀਜ਼ਾ ਗ੍ਰਾਂਟ ਕਰ ਦਿੱਤਾ ਜਾਂਦਾ। ਫੋਰ ਐਗਜ਼ਾਮਪਲ ਲੈਵਲ 1 'ਚ ਹੁਣ ਇਹਦੇ ਵਿੱਚ ਕੀ ਸੀਗਾ ਵੀ ਬੱਚਿਆਂ ਦੀ ਵੈਰੀਫਿਕੇਸ਼ਨ ਹੋਈ, ਡਾਕੂਮੈਂਟ ਕਿਸੇ ਦੇ ਵਿੱਚ ਐਫ ਡੀ ਫੇਕ ਪਾਈ ਗਈ, ਕਿਤੇ ਜੀ ਤੁਹਾਡੇ ਜਿਹੜੇ ਇਨਕਮ ਦੇ ਡਾਕੂਮੈਂਟ ਫੇਕ ਪਾਏ ਗਏ, ਕਿਤੇ ਸੋਰਸ ਫੇਕ ਪਾਇਆ ਗਿਆ, ਕਿਤੇ ਆਈ ਡੀ ਪ੍ਰੂਫ ਫੇਕ ਪਾਏ ਗਏ। ਹੁਣ ਐਸੇ ਕੇਸ 'ਚ ਇੱਕ ਨੈਚੁਰਲ ਜਸਟਿਸ ਦੀ ਲੈਟਰ ਜਿਹੜੀ ਹੈਗੀ ਹੈ ਵੀ ਇਮੀਗ੍ਰੇਸ਼ਨ ਇਸ਼ੂ ਕਰਦੀ ਹੈ ਵੀ ਅਗਰ ਤੁਸੀਂ ਲੱਗਦਾ ਤੁਹਾਨੂੰ ਵੀ ਇਮੀਗ੍ਰੇਸ਼ਨ ਤੋਂ ਕਿਤੇ ਗਲਤੀ ਹੋਈ ਹੈ ਜਾਂ ਕੋਈ ਤੁਹਾਨੂੰ ਲੱਗਦਾ ਵੀ ਕਿਤੇ ਕੋਈ ਪ੍ਰੋਬਲਮ ਹੈਗੀ ਹੈ, ਵੀ ਤੁਸੀਂ ਸਾਨੂੰ ਇਹਦੀ ਐਕਸਪਲੇਨੇਸ਼ਨ ਦਿਓ, ਸਾਨੂੰ ਦੱਸੋ ਵੀ ਅਸੀਂ ਤੁਹਾਡਾ ਵੀਜ਼ਾ ਕਿਉਂ ਨਾ ਰਿਜੈਕਟ ਕਰੀਏ। ਅਤੇ ਜੇ ਤੁਸੀਂ ਉਹਦਾ ਸਹੀ ਐਕਸਪਲੇਨੇਸ਼ਨ ਨਹੀਂ ਦੇ ਪਾਏ ਅਤੇ ਤੁਹਾਡੇ 'ਤੇ 3 ਸਾਲ ਦਾ ਬੈਨ ਲੱਗੇਗਾ। 4020 PIC ਇਹ ਸੈਕਸ਼ਨ ਹੈਗਾ, PIC 4020 ਇਹ ਲੱਗ ਜਾਂਦਾ। ਇਹਦੇ ਵਿੱਚ ਕੀ ਹੁੰਦਾ ਵੀ 3 ਸਾਲ ਦਾ ਬੈਨ ਹੁੰਦਾ। ਟੈਕਨੀਕਲੀ ਕਹਿਣ ਨੂੰ 3 ਸਾਲ ਦਾ ਬੈਨ ਹੈ ਵੀ ਦੁਬਾਰਾ ਬੱਚਾ ਟੈਕਨੀਕਲੀ ਵੀਜ਼ਾ ਆਸਟ੍ਰੇਲੀਆ ਦਾ ਭੁੱਲ ਜੇ ਵੀ ਉਹਨੂੰ ਮੋਰ ਔਰ ਲੈਸ ਉਹਨੂੰ ਵੀਜ਼ਾ ਦੁਬਾਰਾ ਨਹੀਂ ਲੱਗੇਗਾ ਜਾਂ ਉਹਨੂੰ ਐਂਟਰੀ ਨਹੀਂ ਮਿਲੇਗੀ। ਇਸ ਕਰਕੇ ਇਹ ਗੱਲ ਹੈ ਵੀ ਆਸਟ੍ਰੇਲੀਆ ਦੇ ਵਿੱਚ ਫਾਈਲ ਲਗਾਉਣ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖੋ, ਡਾਕੂਮੈਂਟ ਉਹ ਲਗਾਓ ਜਿਹਦਾ ਤੁਹਾਡੇ ਕੋਲ ਜਵਾਬ ਹੈ, ਜਿਹੜਾ ਵੈਰੀਫਾਈ ਹੋ ਸਕਦਾ। ਕੋਈ ਫੇਕ ਆਈ ਡੀ ਪ੍ਰੂਫ ਨਾ ਲਗਾਓ, ਕੋਈ ਫੇਕ ਫਾਈਨੈਂਸ਼ੀਅਲ ਡਾਕੂਮੈਂਟ ਨਾ ਲਗਾਓ, ਕੋਈ ਫੇਕ ਕਿਸੇ ਨੂੰ ਰਿਸ਼ਤੇਦਾਰ ਦਾਦਾ ਨਾਨਾ ਬਣਾ ਕੇ ਨਾ ਲਗਾਓ। ਜੋ ਡਾਕੂਮੈਂਟ ਹੈ ਸਹੀ ਤਰੀਕੇ ਨਾਲ ਅਪਲਾਈ ਕਰੋਗੇ, ਕੰਸਲਟੈਂਟ ਵੀ ਅਗਰ ਕਰਨਗੇ, ਤੁਸੀਂ ਵੀ ਸਹੀ ਤਰੀਕੇ ਨਾਲ ਕਰੋਗੇ ਤਾਂ ਹੀ ਵੀਜ਼ਾ ਆਏਗਾ, ਨਹੀਂ ਤਾਂ ਵੀਜ਼ਾ ਰਿਜੈਕਟ ਹੋਏਗਾ। ਅਤੇ ਇਕੱਲਾ ਵੀਜ਼ਾ ਰਿਜੈਕਟ ਨਹੀਂ ਹੋਏਗਾ, ਬੈਨ ਵੀ ਲੱਗੇਗਾ। ਵੀ ਹੁਣ ਸਾਡੇ ਕੋਲ ਪਿੱਛੇ ਜੇ ਤੁਸੀਂ ਆ ਲਓ ਵੀ 1 ਹਫ਼ਤੇ 10 ਦਿਨਾਂ ਦੇ ਵਿੱਚ ਵੀ ਜ਼ਿਆਦਾ ਇਹਨੇ 11-12 ਬੱਚੇ ਯਾਨੀ ਕਿ ਸਾਡੇ ਕੋਲ ਆ ਚੁੱਕੇ ਨੇ ਜਿਨ੍ਹਾਂ ਦੇ ਨੈਚੁਰਲ ਜਸਟਿਸ ਦੀ ਲੈਟਰ ਉਹਨਾਂ ਨੂੰ ਇਸ਼ੂ ਹੋਈਆਂ ਵੀਆਂ ਸੀਗੀਆਂ, ਜਿਹਦੇ ਵਿੱਚ ਉਹੀ ਕਿਹਾ ਗਿਆ ਸੀ ਵੀ 28 ਦਿਨਾਂ ਦੇ ਵਿੱਚ ਜੋ ਅਸੀਂ ਕਮੀਆਂ ਕੱਢੀਆਂ ਤੁਹਾਡੇ ਕੇਸ 'ਚ ਉਹਦੀਆਂ ਕਮੀਆਂ ਦੀ ਸਾਨੂੰ ਐਕਸਪਲੇਨੇਸ਼ਨ ਪ੍ਰੋਵਾਈਡ ਕਰੋ, ਸਾਨੂੰ ਪ੍ਰੂਫ ਪ੍ਰੋਵਾਈਡ ਕਰੋ ਵੀ ਜੋ ਤੁਸੀਂ ਡਾਕੂਮੈਂਟ ਪ੍ਰੋਵਾਈਡ ਕੀਤੇ ਉਹ ਸਹੀ ਹੈ। ਹੁਣ ਜ਼ਿਆਦਾਤਰ ਕੀ ਹੁੰਦਾ, ਕੰਸਲਟੈਂਟ ਉੱਥੇ ਕਹਿੰਦਾ ਜੀ ਇਹ ਡਾਕੂਮੈਂਟ ਮੰਗੇ ਆ, ਹੁਣ ਸਾਡੇ ਕੋਲ ਤਾਂ ਹੈ ਨਹੀਂ, ਜਾਂ ਸਟੂਡੈਂਟ ਕਹਿੰਦਾ ਜੀ ਸਾਡੇ ਕੋਲ ਤਾਂ ਹੈ ਨਹੀਂ। ਹੁਣ ਉੱਥੇ ਚਲਾਕੀ ਦਿਖਾਉਂਦੇ ਨੇ ਥੋੜ੍ਹੀ ਜਿਹੀ, ਉੱਥੇ ਕਹਿੰਦੇ ਲੈ ਜੀ ਮੈਂ ਐਮਬੈਸੀ ਦਾ ਬੇਵਕੂਫ ਹੈ, ਐਮਬੈਸੀ ਦਾ ਉਹਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਫੋਰ ਐਗਜ਼ਾਮਪਲ, ਠੀਕ ਹੈ ਨਾ। ਉੱਥੇ ਕਹਿਣਗੇ ਜੀ ਆਪਾਂ ਫਾਈਲ ਵਿਡਰਾਅ ਕਰ ਦਿੰਦੇ ਹਾਂ।
ਠੀਕ ਹੈ ਵੀ ਕੰਸਲਟੈਂਟ ਫਾਈਲ ਜਿਹੜੀ ਹੈਗੀ ਆ ਵੀ ਫੇਕ ਡਾਕੂਮੈਂਟ ਅਗਰ ਕੋਈ ਹੈਗਾ ਜਾਂ ਕੁਝ ਵੀ ਹੈਗਾ ਤੇ ਉਹਦੇ ਵਿੱਚ ਜਿਹੜੇ ਹੈਗੇ ਕੰਸਲਟੈਂਟ ਵੀ ਹੈਗੇ ਵੀ ਫਾਈਲ ਜਿਹੜੀ ਹੈਗੀ ਆ ਵਿਡਰਾਅ ਕਰ ਦਿੰਦੇ ਨੇ। ਹੁਣ ਉਹਦਾ ਫਿਰ ਇਹ ਹੁੰਦਾ ਵੀ ਘੱਟੋ ਘੱਟ ਤੁਹਾਡੇ ਤੇ ਜਿਹੜੀ 4020 ਉਹ ਨਹੀਂ ਲੱਗਦੀ ਹੈਗੀ ਤੇ ਵਿਡਰਾਅ ਕਰਨਾ ਇਹਦੇ ਵਿੱਚ ਸਮਝਦਾਰੀ ਰਹਿੰਦੀ ਹੈ ਤੇ ਇਹਦੇ ਵਿੱਚ ਜਿਹੜੀ ਫੀਸ ਵੀ ਤੁਹਾਡੀ ਐਕਸਪੈਕਟ ਕਰ ਸਕਦੇ ਹੋ ਵੀ ਰਿਫੰਡ ਤੁਹਾਨੂੰ ਮੋਰਲੈਸ ਆਈ ਜਾਂਦੀ ਹੈ। ਤੇ ਰਿਜੈਕਸ਼ਨ ਕਰਾਉਣਾ ਜਿਹੜਾ ਹੈਗਾ ਬਹੁਤ ਵੱਡਾ ਮੈਟਰ ਹੋ ਜਾਂਦਾ ਵੀ ਤੁਸੀਂ ਅਗਰ ਰਿਜੈਕਟ ਕਰਾਉਂਦੇ ਹੋ ਤੇ ਵੀ ਤੁਹਾਡੇ ਤੇ 3 ਸਾਲ ਦਾ ਬੈਨ ਲੱਗਣਾ ਹੀ ਲੱਗਣਾ। ਇਸ ਕਰਕੇ ਬੈਟਰ ਇਹੀ ਹੈ ਵੀ ਤੁਸੀਂ ਅਗਰ ਤੁਹਾਡੇ ਫੇਕ ਡਾਕੂਮੈਂਟ ਕਿਤੇ ਲੱਗੇ ਨੇ ਜਾਂ ਕੋਈ ਫੜੇ ਗਏ ਨੇ ਜਾਂ ਤੁਹਾਡੇ ਕੰਸਲਟੈਂਟ ਨੇ ਲਗਾਏ ਨੇ ਫੜੇ ਗਏ, ਬੈਟਰ ਇਹ ਹੈ ਵੀ ਕੇਸ ਵਿਡਰਾਅ ਕਰਕੇ ਆਪਦੀ ਰਿਫੰਡ ਲੈ ਲਓ ਤੇ ਉਸ ਤੋਂ ਬਾਅਦ ਆਪਦਾ ਸਾਲ 1.5 ਸਾਲ ਬਾਅਦ ਜਦੋਂ ਵੀ ਤੁਹਾਨੂੰ ਲਾਈਕ ਸਿਚੁਏਸ਼ਨ ਚੇਂਜ ਹੁੰਦੀ ਹੈ ਤੁਹਾਡੇ ਕੋਲ ਡਾਕੂਮੈਂਟ ਜੈਨੂਨ ਹੋ ਜਾਂਦੇ ਸਭ ਕੁਝ ਹੁੰਦਾ ਉਸ ਤੋਂ ਬਾਅਦ ਅਪਲਾਈ ਕਰ ਦਿਓ, ਚਲੋ ਠੀਕ ਰਹੇਗਾ। ਘੱਟੋ ਘੱਟ 4020 PSE ਤੁਹਾਡੇ ਤੇ ਨਹੀਂ ਲੱਗੇਗੀ। ਠੀਕ ਹੈ ਸਰ, ਜਿਹੜੇ ਲੋਨਸ ਨੇ ਉਹ ਕਿੱਦਾਂ ਦੇ ਐਕਸੈਪਟੇਬਲ ਨੇ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ? ਦੇਖੋ ਲੋਨ ਬੇਸਿਕਲੀ ਜੋ ਅਸੈਪਟੇਬਲ ਹੈ, ਪਹਿਲਾ ਗੱਲ ਆ ਜਾਂਦਾ ਐਜੂਕੇਸ਼ਨ ਲੋਨ ਦਾ ਜੀ, ਵੀ ਐਜੂਕੇਸ਼ਨ ਲੋਨ ਤੁਸੀਂ ਸ਼ੋ ਕਰੋ, ਐਜੂਕੇਸ਼ਨ ਲੋਨ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਹੀਂ ਆਉਂਦੀ। ਦੂਸਰੀ ਚੀਜ਼ ਜਿਹੜੀ ਅਸੈਪਟੇਬਲ ਹੈਗੀ ਹੈ ਉਹ ਹੈਗਾ ਪਰਸਨਲ ਲੋਨ, ਵੀ ਅਗਰ ਤੁਸੀਂ ਕੋਈ ਚੀਜ਼ 'ਤੇ ਪਰਸਨਲ ਲੋਨ ਲਿੱਤਾ ਜਿਹਦੇ ਵਿੱਚ ਕੋਈ ਐਸ ਸੱਚ ਨਹੀਂ ਲਿਖਿਆ ਵੀ ਤੁਸੀਂ ਉਹ ਲੋਨ ਕਿਸੇ ਵੀ ਪਰਪਸ ਵਾਸਤੇ ਯੂਜ਼ ਕਰ ਸਕਦੇ ਹੋ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ। ਤੀਸਰਾ ਲੋਨ ਆ ਜਾਂਦਾ ਗੋਲਡ ਲੋਨ, ਅਗਰ ਕੋਈ ਜਿਵੇਂ ਅੱਜ ਕੱਲ੍ਹ ਜਿਵੇਂ ਬਥੇਰੀਆਂ ਬੈਂਕਸ ਹੈਗੇ ਨੇ, ਵੀ ਪ੍ਰਾਈਵੇਟ ਇੰਸਟੀਟਿਊਸ਼ਨ ਦੀ ਗੱਲ ਨਹੀਂ ਕਰਦਾ ਮੈਂ, ਵੀ ਬੈਂਕਸ ਅਗਰ ਸਰਕਾਰੀ ਬੈਂਕਾਂ ਤੋਂ ਜਾਂ ਪ੍ਰਾਈਵੇਟ ਬੈਂਕਾਂ ਤੋਂ ਤੁਸੀਂ ਗੋਲਡ ਲੋਨ ਲੈਂਦੇ ਹੋ ਤੇ ਉਹਦੀ ਲੈਟਰ ਤੁਹਾਡੇ ਕੋਲ ਹੈਗੀ ਹੈ ਉਹ ਵੀ ਅਸੈਪਟੇਬਲ ਹੈਗਾ। ਇਸ ਤੋਂ ਇਲਾਵਾ ਅਗਰ ਕੋਈ ਤੁਸੀਂ ਲੋਨ ਜਿਵੇਂ ਕੋਈ ਐਸਾ ਲੋਨ ਹੈਗਾ ਵਿਚ ਕੈਨ ਬੀ ਯੂਜ਼ ਫॉर ਐਨੀ ਪਰਪਸ, ਵੀ ਜਿਵੇਂ ਪਰਸਨਲ ਲੋਨ ਵੀ ਆ ਜਾਂਦੇ ਨੇ, ਵੀ ਜ਼ਿਆਦਾ ਅਮਾਊਂਟ ਦੇ ਵੀ ਆ ਜਾਂਦੇ ਨੇ। ਜਿਵੇਂ ਸਪੋਜ਼ ਕਰੋ ਵੀ ਤੁਹਾਡੀ ਕੋਈ ਪ੍ਰੋਪਰਟੀ ਪਈ ਹੈ ਉਹਦੇ ਅਗੇਂਸਟ ਤੁਸੀਂ ਲੋਨ ਲੈ ਲਿਆ, ਜਿਵੇਂ ਵੀ 15 ਲੱਖ 20 ਲੱਖ ਲੈ ਲਿਆ ਤੇ ਉਹ ਇੱਕ ਲੈਟਰ ਦੇ ਵਿੱਚ ਜਿਹੜਾ ਬੈਂਕ ਇਸ਼ੂ ਕਰਦਾ ਹੈ ਉਹਦੇ ਵਿੱਚ ਇਹ ਲਿਖਿਆ ਜ਼ਰੂਰ ਹੋਣਾ ਚਾਹੀਦਾ ਹੈ ਵੀ ਦਿਸ ਲੋਨ ਕੈਨ ਬੀ ਯੂਜ਼ ਫॉर ਐਨੀ ਪਰਪਸ ਇੰਕਲੂਡਿੰਗ ਐਜੂਕੇਸ਼ਨ ਆਫ ਬੱਚਿਆਂ ਦਾ ਨਾਮ ਇਨ ਆਸਟ੍ਰੇਲੀਆ ਜਾਂ ਕੈਨੇਡਾ, ਤਾਂ ਚੱਲੇਗਾ, ਨਹੀਂ ਤਾਂ ਉਹ ਨਹੀਂ ਚੱਲੇਗਾ। ਹੁਣ ਕਈਆਂ ਦੀ ਜ਼ਮੀਨ ਹੁੰਦੀ ਹੈ, ਐਗਰੀਕਲਚਰ ਲੈਂਡ ਹੁੰਦੀ ਹੈ, ਉਹਦੇ ਵਿੱਚ ਉਹਨਾਂ ਨੇ ਜਿਹੜੀ ਜ਼ਮੀਨ ਦੇ ਉੱਤੇ ਓਡੀ ਲਿਮਿਟ ਦਿੱਤੀ ਹੁੰਦੀ ਹੈ ਜਾਂ ਲਿਮਟਾਂ ਬਣੀਆਂ ਹੁੰਦੀਆਂ ਜਾਂ ਲੋਨ ਦਿੱਤਾ ਹੁੰਦਾ ਹੈ। ਹੁਣ ਬੱਚਾ ਕਹਿੰਦਾ ਜੀ ਸਾਡਾ ਲਿਮਿਟ ਹੈਗੀ ਹੈ ਜੀ, ਸਾਡੇ ਕੋਲ 15 ਲੱਖ ਦੀ ਲਿਮਿਟ ਹੈ, 20 ਲੱਖ ਦੀ ਲਿਮਿਟ ਹੈ, ਵੀ ਉਹ ਅਸੀਂ ਯੂਜ਼ ਕੀਤੀ ਨਹੀਂ ਹੋਈ, ਉਹ ਚਲਾਓ। ਹੁਣ ਦੇਖੋ ਉਹ ਲਿਮਿਟ ਜਿਹੜੀ ਹੈਗੀ ਆ ਸਸਤੀ ਲਿਮਿਟ ਹੁੰਦੀ ਹੈ, 4-5% 'ਤੇ ਮਿਲਦੀ ਹੈ, ਵੀ ਨੋ ਡਾਊਟਸ ਲਾਈਕ ਐਗਰੀਕਲਚਰ ਲੈਂਡ 'ਤੇ ਮਿਲ ਜਾਂਦੀ ਹੈ, ਬਟ ਦੈਟ ਕੈਨ ਨਾਟ ਬੀ ਯੂਜ਼ਡ ਫॉर ਐਜੂਕੇਸ਼ਨ ਆਫ ਦੇਅਰ ਸਨ ਇਨ ਆਸਟ੍ਰੇਲੀਆ ਔਰ ਕੈਨੇਡਾ, ਵੀ ਐਜੂਕੇਸ਼ਨ ਵਾਸਤੇ ਨਹੀਂ ਯੂਜ਼ ਕੀਤੀ ਜਾ ਸਕਦੀ। ਉਹ ਜਿਹੜੀ ਲਿਮਿਟ ਹੈ ਸਿਰਫ ਤੇ ਸਿਰਫ ਐਗਰੀਕਲਚਰ ਪਰਪਸ ਵਾਸਤੇ ਹੁੰਦੀ ਹੈ। ਤੇ ਤੁਸੀਂ ਬੈਂਕ ਤੋਂ ਅਗਰ ਤੁਸੀਂ ਆਪਣੇ ਬੈਂਕ ਮੈਨੇਜਰ ਤੋਂ ਗੱਲ ਕਰੋਗੇ ਵੀ ਜੀ ਇਹਦੇ ਵਿੱਚ ਇਹ ਲਿਖ ਕੇ ਦੇ ਦਿਓ ਵੀ ਦਿਸ ਲਿਮਿਟ ਕੈਨ ਬੀ ਯੂਜ਼ ਫॉर ਐਨੀ ਪਰਪਸ, ਉਹ ਮਨਾ ਕਰਨਗੇ, ਉਹ ਕਹਿਣਗੇ ਜੀ ਇਹ ਲਿਮਿਟ ਐਗਰੀਕਲਚਰ ਲਿਮਿਟ ਹੈ, ਐਗਰੀਕਲਚਰ ਪਰਪਸ ਵਾਸਤੇ ਹੀ ਯੂਜ਼ ਕਰ ਸਕਦੇ ਹੋ, ਕਿਸੇ ਹੋਰ ਪਰਪਸ ਵਾਸਤੇ ਨਹੀਂ ਯੂਜ਼ ਕਰ ਸਕਦੇ। ਇਸ ਕਰਕੇ ਜਿਹੜੀ ਉਹ ਲਿਮਿਟ ਹੁੰਦੀ ਹੈ ਉਹ ਨਹੀਂ ਚੱਲਦੀ ਹੈਗੀ। ਤੇ ਅਗਰ ਕੋਈ ਤੁਸੀਂ ਲਿਮਿਟ ਲੈਂਦੇ ਹੋ ਪ੍ਰੋਪਰਟੀ ਦੇ ਉੱਤੇ ਜਿਹੜੀ ਅਗਰ ਬੈਂਕ ਵਾਲੇ ਲਿਖਦੇ ਨੇ ਵੀ ਉਹ ਲਿਮਿਟ ਤੁਹਾਡੀ ਹੈ ਕੈਨ ਬੀ ਯੂਜ਼ ਫॉर ਐਨੀ ਪਰਪਸ, ਫਿਰ ਹੀ ਅਸੈਪਟੇਬਲ ਹੈ, ਨਹੀਂ ਤਾਂ ਦਿੱਕਤ ਆਏਗੀ। ਕਿਉਂਕਿ ਜਿਹੜੀ ਵੈਰੀਫਿਕੇਸ਼ਨ ਇਮੀਗ੍ਰੇਸ਼ਨ ਨੇ ਕਰਨੀ ਹੈ ਉਹਦੇ ਵਿੱਚ ਆ ਜਾਏਗਾ ਵੀ ਇਹ ਐਗਰੀਕਲਚਰ ਲਿਮਿਟ ਹੈਗੀ ਹੈ ਤੇ ਇਹ ਕੋਈ ਹੋਰ ਪਰਪਸ ਵਾਸਤੇ ਯੂਜ਼ ਨਹੀਂ ਹੋ ਸਕਦੀ ਹੈ, ਇਸ ਕਰਕੇ ਉਸ ਟਾਈਮ 'ਤੇ ਵੀਜ਼ਾ ਰਿਜੈਕਸ਼ਨ ਆਉਣ ਦੇ ਚਾਂਸ ਹੈ। ਇਸ ਕਰਕੇ ਕਿਸੇ ਵੀ ਤਰੀਕੇ ਦੀ ਤੁਹਾਨੂੰ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਕੋਈ ਇਸ਼ੂ ਹੈਗਾ ਜਾਂ ਕੋਈ ਨਵੇਂ ਪੁਰਾਣੇ ਫੰਡਸ ਦਾ ਮਾਮਲਾ ਆ ਗਿਆ ਜਾਂ ਨਵੇਂ ਫੰਡਸ ਤੁਸੀਂ ਚਲਾਉਣਾ ਚਾਹੁੰਦੇ ਹੋ, ਵੀ ਤੁਸੀਂ ਕਹਿੰਦੇ ਨਵੇਂ ਤਾਂ ਅਸੀਂ ਇਕੱਠੇ ਕਰ ਦਾਂਗੇ ਬੇਸ਼ੱਕ, ਲੇਕਿਨ ਪੁਰਾਣੇ ਸਾਡੇ ਤੋਂ ਨਹੀਂ ਹੋ ਰਹੇ, ਤੁਸੀਂ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ ਸਾਡੀ ਕੰਪਨੀ ਨੂੰ। ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਨਵੇਂ ਫੰਡਸ ਨਾਲ ਵੀ ਤੁਸੀਂ ਸ਼ੋਅ ਕਰਕੇ ਵੀ ਵੀਜ਼ਾ ਆਪਣਾ ਲੈ ਸਕਦੇ ਹੋ। ਤੇ ਬਾਕੀ ਜਿਹੜੇ ਇਹਦੇ ਵਿੱਚ ਸਿਰਫ ਫਾਈਨੈਂਸ਼ੀਅਲ ਡਾਕੂਮੈਂਟਸ ਜਾਂਦੇ, ਇਨਕਮ ਦੇ ਡਾਕੂਮੈਂਟਸ ਵੀ ਆ ਜਾਂਦੇ ਨੇ, ਫਿਰ ਤੁਹਾਡੀ ਨੈਟ ਵਰਥ ਵੀ ਆ ਜਾਂਦੀ, ਵੀ ਤੁਹਾਡੀ ਟੋਟਲ ਤੁਹਾਡੀ ਫੈਮਿਲੀ 'ਚ ਇਨਕਮ ਕਿੰਨੀ ਹੈ, ਵੀ ਇਨਕਮ ਵੀ ਆ ਜਾਂਦੀ ਹੈ ਤੇ ਕਿੰਨੀ ਵਰਥ ਹੈ ਤੁਹਾਡੀ, ਵੀ ਜਿਵੇਂ ਪ੍ਰੋਪਰਟੀ ਦੀ ਵੈਲਿਊ ਕਿੰਨੀ ਹੈ ਤੁਹਾਡੇ ਕੋਲ, ਜਿਹੜੀ ਗੱਡੀਆਂ ਹੈਗੀਆਂ, ਕੋਈ ਜੁਐਲਰੀ ਹੈਗੀ ਹੈ, ਉਹਦੀ ਸਾਰੀ ਫੈਮਿਲੀ ਦੇ ਵਿੱਚ ਜੋ ਵੀ ਪ੍ਰੋਪਰਟੀਆਂ ਹੈਗੀਆਂ ਉਹਦੀ ਵੈਲਿਊ ਕੀ ਹੈ। ਤੇ ਸਾਰੀਆਂ ਚੀਜ਼ਾਂ ਨਾਲ ਲੱਗਦੀਆਂ, ਵੀ ਇਕੱਲੀ ਇਹ ਨਹੀਂ ਹੈਗਾ ਵੀ ਇਕੱਲੀ ਸਿਰਫ ਫਾਈਨੈਂਸ਼ੀਅਲ ਡਾਕੂਮੈਂਟਸ ਫੰਡ ਦੀ ਗੱਲ ਨਹੀਂ ਹੁੰਦੀ, ਵੀ ਹੋਰ ਵੀ ਬਥੇਰੀਆਂ ਚੀਜ਼ਾਂ ਹੈਗੀਆਂ। ਬਾਕੀ ਆਪਾਂ ਜਿਵੇਂ ਲੋਨਸ ਨੂੰ ਲੈ ਕੇ ਅਗਰ ਵੀ ਯਾਨੀ ਕਿ ਜਿਹੜੇ ਵੀ ਤਰੀਕੇ ਦੇ ਲੋਨ ਚੱਲ ਸਕਦੇ ਆ ਵੀ ਮੈਕਸਿਮਮ ਉਹ ਅਸੀਂ ਤੁਹਾਨੂੰ ਗਾਈਡ ਕਰ ਦਾਂਗੇ, ਤੇ ਕਿਸੇ ਵੀ ਤਰੀਕੇ ਦੇ ਲੋਨਸ ਨੂੰ ਲੈ ਕੇ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤਾਂ ਸਾਨੂੰ ਕੰਟੈਕਟ ਕਰ ਸਕਦੇ ਹੋ। ਠੀਕ ਹੈ ਸਰ, ਜਿੱਦਾਂ ਕਿ ਸਪਾਊਸ ਕੇਸ ਅਪਲਾਈ ਕਰਦੇ ਨੇ ਤਾਂ ਫਿਰ ਉਹਦੇ ਵਿੱਚ ਸਿੰਗਲ ਅਕਾਊਂਟ ਚੱਲ ਜਾਂਦਾ ਜਾਂ ਫਿਰ ਜੁਆਇੰਟ ਅਕਾਊਂਟ ਹੋਣਾ ਜ਼ਰੂਰੀ ਹੈ? ਦੇਖੋ ਹਾਂ, ਇਹ ਵਧੀਆ ਕੁਐਸਚਨ ਹੈ ਵੀ ਬੱਚੇ ਸਿੰਗਲ ਅਕਾਊਂਟ ਹੋਏ ਤਾਂ ਵੀ ਅਸੈਪਟੇਬਲ ਹੈ, ਅਗਰ ਜੁਆਇੰਟ ਅਕਾਊਂਟ ਹੈ ਤਾਂ ਵੀ ਅਸੈਪਟੇਬਲ ਹੈ। ਤੁਹਾਡਾ ਜਿਵੇਂ ਕੁੜੀ ਤੇ ਮੁੰਡੇ ਦਾ ਇਕੱਠਿਆਂ ਦਾ ਅਕਾਊਂਟ ਹੈ, ਸਪਾਊਸ ਕੇਸ ਜਾਣਾ ਚਾਹੁੰਦੇ ਉਹ ਵੀ ਠੀਕ ਹੈ, ਮੁੰਡੇ ਦਾ ਆਪਣੇ ਪੇਰੈਂਟਸ ਦੇ ਨਾਲ ਜੁਆਇੰਟ ਅਕਾਊਂਟ ਹੈ ਉਹ ਵੀ ਠੀਕ ਹੈ, ਕੁੜੀ ਦਾ ਆਪਣੀ ਪੇਰੈਂਟਸ ਦੇ ਨਾਲ ਅਕਾਊਂਟ ਜੁਆਇੰਟ ਅਕਾਊਂਟ ਹੈ ਉਹ ਵੀ ਠੀਕ ਹੈ, ਹਰ ਤਰੀਕੇ ਦੇ ਅਕਾਊਂਟ ਅਸੈਪਟੇਬਲ ਹੈ। ਇੱਕ ਚੀਜ਼ ਹੋਰ ਕਹਿਣਾ ਚਾਹੂੰਗਾ ਵੀ ਅਗਰ ਫੋਰ ਐਗਜ਼ਾਮਪਲ ਕਿਸੇ ਨੇ 35 ਲੱਖ
ਰੁਪਏ ਸ਼ੋ ਕਰਨਾ ਹੈ। ਤੇ ਹੁਣ ਨੈਚੁਰਲੀ ਗੱਲ ਇੱਕ ਅਕਾਊਂਟ 'ਚ ਤਾਂ ਹੁੰਦੇ ਨਹੀਂ ਹੈਗੇ, ਇੱਕ ਵੀ ਪੇਰੈਂਟਸ 'ਚ ਜ਼ਰੂਰੀ ਨਹੀਂ ਤੁਹਾਡੇ ਅਕਾਊਂਟ 'ਚ ਪੈਸੇ ਹੋਣ ਇੰਨੇ। ਤੁਸੀਂ ਘੱਟੋ ਘੱਟ 5 ਜਾਂ 6 ਅਗਰ ਤੁਹਾਡੇ ਰਿਲੇਟਿਵਸ ਫਰੈਂਡਸ ਜਾਂ ਡਿਫਰੈਂਟ ਅਕਾਊਂਟਸ ਦੇ ਵਿੱਚ ਤੁਹਾਡੇ ਪੈਸੇ ਹੈਗੇ ਨੇ, ਉਹ ਵੀ ਅਸੈਪਟੇਬਲ ਹੈ। ਫॉर ਐਗਜ਼ਾਮਪਲ ਵੀ ਕੁੜੀ ਨੇ ਜਾਣਾ ਜੀ, ਕੁੜੀ ਦੇ ਅਕਾਊਂਟ 'ਚ 5 ਲੱਖ ਰੁਪਏ ਹੈ, ਜਿਹੜੇ ਉਹਨਾਂ ਦੇ ਹਸਬੈਂਡ ਜਾਣਾ ਚਾਹੁੰਦੇ ਨੇ ਉਹਨਾਂ ਦੇ 4-5 ਲੱਖ ਰੁਪਏ ਹੈ, ਕੁੜੀ ਦੇ ਪੇਰੈਂਟਸ ਦੇ ਅਕਾਊਂਟ 'ਚ ਦੋਨਾਂ ਦੇ ਵੀ ਪਏ ਨੇ ਵੀ 7-8 ਲੱਖ ਉਹ ਪਏ ਹੈ, ਸੱਸ ਸਹੁਰਿਆਂ ਦੇ ਅਕਾਊਂਟ 'ਚ ਪਏ ਨੇ ਜੀ 7-8 ਲੱਖ ਉਹਨਾਂ ਦੇ ਪਏ ਹੈ, ਕੋਈ ਬ੍ਰਦਰ ਸਿਸਟਰ ਹੈਗੇ ਨੇ ਜਾਂ ਫਿਰ ਮੁੰਡੇ ਦੇ ਬ੍ਰਦਰ ਸਿਸਟਰ ਕੋਈ ਫੈਮਿਲੀ 'ਚ ਇਕੱਠੇ ਰਹਿੰਦੇ ਨੇ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਪਏ ਨੇ, ਉਹ ਵੀ ਚੱਲ ਜਾਣਗੇ। ਕੁੜੀ ਦੇ ਦਾਦਾ ਦਾਦੀ ਨਾਨਾ ਨਾਨੀ ਹੈਗੇ ਨੇ ਉਹਨਾਂ ਦੇ ਅਕਾਊਂਟ ਚੱਲ ਜਾਣਗੇ। ਮੁੰਡੇ ਦੇ ਦਾਦਾ ਦਾਦੀ ਜਿਹੜੇ ਇਕੱਠੇ ਰਹਿੰਦੇ ਨੇ ਵੀ ਉਹਨਾਂ ਦੇ ਅਕਾਊਂਟ 'ਚ ਪੈਸੇ ਪਏ ਨੇ, ਉਹ ਵੀ ਚੱਲ ਜਾਣਗੇ। ਇਸ ਕਰਕੇ ਕੋਈ ਜ਼ਰੂਰੀ ਨਹੀਂ ਹੈ ਵੀ ਇੱਕੋ ਹੀ ਅਕਾਊਂਟ 'ਚ ਸਾਰੇ ਪੈਸੇ ਚਾਹੀਦੇ ਜਾਂ 2 'ਚ ਜਾਂ 3 'ਚ ਹੋਣੇ ਚਾਹੀਦੇ ਨੇ। ਤੁਸੀਂ 7-8 ਅਕਾਊਂਟਾਂ 'ਚ ਵੀ ਦਿਖਾ ਦੋਗੇ ਵੀ 2-2 4-4 ਲੱਖ ਕਰਕੇ ਵੀ ਪੂਰਾ ਕਰ ਦੋਗੇ ਤਾਂ ਵੀ ਅਸੈਪਟੇਬਲ ਹੈ, ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਉਸ ਚੀਜ਼ ਦੀ। ਵੀ ਇਹਦੇ 'ਚ ਫਾਇਦਾ ਇਹ ਹੁੰਦਾ ਵੀ ਕਈ ਵਾਰੀ 2-2 3-3 ਲੱਖ ਰੁਪਇਆ ਵੀ ਕੈਸ਼ ਵੀ ਹੁੰਦਾ ਤੇ ਉਹ ਐਡਜਸਟ ਹੋ ਜਾਂਦਾ, ਕਿਉਂਕਿ ਉਹਨੇ ਦੀ ਬੰਦੇ ਦੀ ਇਨਕਮ ਟੈਕਸ ਰਿਟਰਨ ਹੁੰਦੀ ਹੈ ਤੇ ਉਹਨਾਂ ਦਾ ਕੈਸ਼ ਅਗਰ ਅਕਾਊਂਟ 'ਚ ਹੈਗਾ ਤਾਂ ਉਹ ਕੋਈ ਵੱਡਾ ਮੈਟਰ ਨਹੀਂ ਕਰਦਾ। ਇਸ ਕਰਕੇ ਅਗਰ ਪੈਸੇ ਤੁਸੀਂ ਆਪ ਸ਼ੋ ਕਰਨਾ ਚਾਹੁੰਦੇ ਹੋ ਤੇ ਫੰਡਸ ਤੁਹਾਡੇ ਕੋਲ ਜਿਹੜੇ ਹੈਗੇ ਨੇ ਨਵੇਂ ਦਾ ਇੰਤਜ਼ਾਮ ਹੈਗਾ ਜਾਂ ਤੁਸੀਂ ਨਵੇਂ ਅਕਾਊਂਟ 'ਚ ਪਾ ਸਕਦੇ ਹੋ, ਤੇ ਤੁਸੀਂ ਇੱਕ ਵਾਰੀ ਜ਼ਰੂਰ ਸੰਪਰਕ ਕਰੋ, ਤੁਹਾਨੂੰ ਦੱਸਾਂਗੇ ਵੀ ਕਿੰਨੇ ਅਕਾਊਂਟਾਂ 'ਚ ਵੀ ਤੁਸੀਂ ਦਿਖਾ ਸਕਦੇ ਹੋ। ਹਾਂ, ਇੱਕ ਚੀਜ਼ ਹੋਰ ਕਹਿਣਾ ਚਾਹੂੰਗਾ ਵੀ ਅਗਰ ਤੁਹਾਡੇ ਕੋਈ ਬ੍ਰਦਰ ਸਿਸਟਰ ਫੋਰਨ ਕੰਟਰੀ 'ਚ ਰਹਿੰਦੇ ਨੇ, ਆਸਟ੍ਰੇਲੀਆ ਰਹਿੰਦੇ ਨੇ, ਕੈਨੇਡਾ ਰਹਿੰਦੇ ਨੇ, UK ਰਹਿੰਦੇ ਨੇ, ਕਿਤੇ ਵੀ ਰਹਿੰਦੇ ਨੇ, ਲੇਕਿਨ ਹੋਣੇ ਚਾਹੀਦੇ ਨੇ ਫਸਟ ਬਲੱਡ ਵਿੱਚ ਵੀ, ਜਿਵੇਂ ਤੁਹਾਡੇ ਬ੍ਰਦਰ ਸਿਸਟਰ ਹੈਗੇ ਨੇ ਜਾਂ ਪੇਰੈਂਟਸ ਹੈਗੇ ਜਾਂ ਦਾਦਾ ਦਾਦੀ ਨਾਨਾ ਨਾਨੀ ਵੀ ਰੀਅਲ ਹੋਣੇ ਚਾਹੀਦੇ ਨੇ, ਵੀ ਫਸਟ ਜਿਹੜਾ ਬਲੱਡ ਵਿੱਚ ਹੋਣੇ ਚਾਹੀਦੇ ਨੇ। ਅਗਰ ਉਹ ਵੀ ਕੋਈ ਬਾਹਰ ਰਹਿੰਦੇ ਨੇ ਉਹਨਾਂ ਦੇ ਵੀ ਫੰਡ ਅਸੀਂ ਦਿਖਾ ਸਕਦੇ ਹਾਂ ਫੋਰਨ ਕਰੰਸੀ ਦੇ ਵਿੱਚ। ਉਹਨਾਂ ਦੀ ਬੈਂਕ ਸਟੇਟਮੈਂਟ ਚਾਹੀਦੀ ਹੋਏਗੀ, ID ਪ੍ਰੂਫ ਨਾਲ ਲੱਗਣਗੇ ਤੇ ਕੈਫੀਡੇਵਿਟ ਲੱਗਣਗੇ ਵੀ ਮੈਂ ਇਹਨਾਂ ਨੂੰ ਸਪੋਂਸਰ ਕਰਨ ਨੂੰ ਵੀ ਤਿਆਰ ਹੈਗੇ ਤੇ ਅਗਰ ਇਹਨਾਂ ਨੂੰ ਕੋਈ ਫਾਈਨੈਂਸ਼ੀਅਲ ਦੀ ਕੋਈ ਰਿਕੁਆਇਰਮੈਂਟ ਹੁੰਦੀ ਹੈ ਤਾਂ ਮੈਂ ਦੇਣ ਨੂੰ ਤਿਆਰ ਹਾਂ। ਤੇ ਕੋਈ ਬਾਹਰ ਦੇ ਕੰਟਰੀ ਦੇ ਵੀ ਬੰਦੇ ਜਿਹੜੇ ਹੈਗੇ ਤੁਹਾਡੇ ਫੰਡਸ ਦਿਖਾ ਸਕਦੇ। ਠੀਕ ਹੈ ਸਰ, ਜਿੱਦਾਂ ਡਿਪੈਂਡੈਂਟ ਵੀਜ਼ਾ ਹੁੰਦਾ ਤੇ ਸਿੰਗਲ ਆਪਾਂ ਸਟੂਡੈਂਟ ਦਾ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਉਹਨਾਂ ਦੇ ਲਈ ਫੰਡਸ ਵੈਰੀ ਕਰਦੇ ਨੇ ਜਾਂ ਸੇਮ ਹੀ ਅਪਲਾਈ ਕਰ ਸਕਦੇ ਹਾਂ? ਦੇਖੋ, ਸਿੰਗਲ ਕੇਸ 'ਚ ਤੇ ਸਪਾਊਸ ਕੇਸ 'ਚ ਵਿੱਚ ਉਹੀ ਲਗਾ ਦਿਓ ਵੀ ਤੁਸੀਂ ਰਫਲੀ 5-6 ਲੱਖ ਰੁਪਏ ਦੇ ਫੰਡਸ ਦਾ ਐਕਸਟਰਾ ਦਾ ਹੋ ਜਾਂਦਾ ਹੈਗਾ। ਬਾਕੀ ਜਿਹੜਾ ਡਿਪੈਂਡੈਂਟ ਕੇਸ ਹੈਗਾ, ਜਿਵੇਂ ਆਪਾਂ ਜਿਹਦੇ ਵਿੱਚ ਪਹਿਲਾਂ ਸਿੰਗਲ ਲੱਗਦਾ ਬਾਅਦ 'ਚੋਂ ਡਿਪੈਂਡੈਂਟ ਲੱਗਦਾ ਹੈ, ਉਹਦੇ ਵਿੱਚ ਉਹੀ ਰਹਿ ਗਈ ਵੀ ਜਿਹੜੇ ਪਹਿਲਾਂ ਫੰਡ ਜਿਹੜੇ 5-6 ਲੱਖ ਦਿਖਾਣੇ ਸੀ ਉਦੋਂ ਨਹੀਂ ਦਿਖਾਏ ਤੇ ਹੁਣ ਦਿਖਾ ਦਿਓ ਤੁਸੀਂ, ਵੀ ਗੱਲ ਉੱਥੇ ਆ ਜਾਂਦੀ ਘੁੰਮ ਫਿਰ ਕੇ ਵੀ ਤੁਸੀਂ ਅਗਰ ਸਿੰਗਲ ਦੀ ਫਾਈਲ ਅਲੱਗ ਲਗਾਓ ਤੇ ਡਿਪੈਂਡੈਂਟ ਦੀ ਅਲੱਗ ਲਗਾਓ ਤਾਂ ਵੀ ਉਨੇ ਫੰਡ ਸ਼ੋ ਹੋਣੇ ਹੈ, ਜੇ ਇਕੱਠਿਆਂ ਦੀ ਲਾ ਦਿਓ ਵੀ ਤਾਂ ਵੀ ਉਨੇ ਸ਼ੋ ਹੋਣੇ। ਵੀ ਐਗਜ਼ਾਮਪਲ ਦੇ ਦਿੰਦੇ ਵੀ ਅਗਰ ਵੀ ਸਿੰਗਲ ਫਾਈਲ 'ਚ 20 ਲੱਖ ਦਿਖਾਣੇ ਹੈ ਤੇ ਸਪਾਊਸ ਦੇ ਵਿੱਚ 26 ਦਿਖਾਣੇ ਹੈ, ਤੇ ਅਗਰ ਸਿੰਗਲ ਤੁਸੀਂ ਫਾਈਲ ਲਗਾ ਦਿੰਦੇ ਹੋ ਤਾਂ 20 ਲੱਖ ਦਿਖਾ ਦਿਓ ਤੇ ਜਦੋਂ ਸਪਾਊਸ ਦੀ ਬਾਅਦ 'ਚੋਂ ਫਾਈਲ ਲੱਗਣੀ ਹੈ ਉਦੋਂ 5-6 ਲੱਖ ਦਿਖਾਣੇ ਪੈਣਗੇ ਤੇ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ। ਬਟ ਉਹੀ ਰਿਕਮੈਂਡ ਮੈਂ ਤੁਹਾਨੂੰ ਇਹੀ ਕਰਦਾ ਵੀ ਸਪਾਊਸ ਦੀ ਫਾਈਲ ਆਣੀ ਹੈ ਇਕੱਠਿਆਂ ਦੀ ਲਗਾਓ, ਅੱਡ ਫਾਈਲ ਨਾ ਲਗਾਓ। ਬਹੁਤ ਵੱਡੀ ਮੁਸੀਬਤ ਹੈਗੀ ਹੈ, 1.5 ਤੋਂ ਪੌਣੇ 2 ਸਾਲ ਦਾ ਟਾਈਮ ਲੱਗ ਰਿਹਾ ਜਿਹਦੇ ਵਿੱਚ ਸਕਸੈਸ ਰੇਟ 20 ਤੋਂ 25% ਦਾ ਹੈ। ਇਸ ਕਰਕੇ +2 ਤੁਹਾਡੀ ਵਾਈਫ ਦੀ ਹੈਗੀ ਹੈ, ਤੁਹਾਡੀ ਵਾਈਫ ਦੀ ਡਿਪਲੋਮਾ ਹੈ, ਤੁਹਾਡੀ ਵਾਈਫ ਦੀ ਗ੍ਰੈਜੂਏਸ਼ਨ ਹੈ, ਤੁਹਾਡੀ ਵਾਈਫ ਦੀ ਮਾਸਟਰਸ ਹੈ, ਉਹਨਾਂ ਦੀ ਡਬਲ ਮਾਸਟਰਸ ਤੋਂ ਬਾਅਦ ਵੀ ਉਹਨਾਂ ਨੇ ਕੁਝ ਕਰ ਰੱਖਿਆ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਕੋਈ ਤੁਹਾਡੇ ਬੱਚੇ ਹੈਗੇ ਨੇ ਉਹਨਾਂ ਨਾਲ ਅਪਲਾਈ ਕਰਾਉਣਾ ਚਾਹੁੰਦੇ ਹੋ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ। ਤੁਹਾਡੀ ਨਵੀਂ ਮੈਰਿਜ ਹੈ ਤਾਂ ਵੀ ਅਸੈਪਟੇਬਲ ਹੈ, ਸਪਾਊਸ ਦੀ ਗ੍ਰੈਜੂਏਸ਼ਨ ਨਹੀਂ ਹੈਗੀ ਤਾਂ ਵੀ ਅਸੈਪਟੇਬਲ ਹੈ। ਤੁਸੀਂ ਕਿਸੇ ਵੀ ਤਰੀਕੇ ਦੀ ਅਗਰ ਤੁਹਾਡੀ ਫਾਈਨੈਂਸ਼ੀਅਲ ਡਾਕੂਮੈਂਟਸ ਨੂੰ ਲੈ ਕੇ ਜਾਂ ਫਾਈਲਸ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਹੈਗੀ ਹੈ ਸਾਨੂੰ ਸੰਪਰਕ ਕਰ ਸਕਦੇ ਹੋ। ਵੀ ਜੋ ਵੀ ਬੈਸਟ ਤੁਹਾਡੇ ਲਈ ਆਪਸ਼ਨਸ ਹੈਗੀ ਹੈ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਤੇ ਨਾਲੇ ਇਸ ਦੇ ਨਾਲ ਵੀ ਬੈਸਟ ਟੂ ਬੈਸਟ ਕੁਆਲਿਟੀ ਪ੍ਰੋਵਾਈਡ ਕੀਤੀ ਜਾਏਗੀ ਸਾਡੀ ਕੰਪਨੀ ਦੀ ਤਰਫੋਂ। ਕਿਉਂਕਿ ਸਾਡੀ ਕੰਪਨੀ 'ਚ ਦੇਖੋ 2 ਕੰਮ ਹੁੰਦੇ ਨੇ, ਕੋਈ ਵੀ ਫਾਈਲ ਨੂੰ ਲੈ ਕੇ ਸਿਰਫ 2 ਕੰਮ ਇੰਪੋਰਟੈਂਟ ਹੁੰਦੇ ਨੇ ਵੀ ਅਗਰ ਉਹ ਤੁਹਾਡਾ ਕੰਸਲਟੈਂਟ ਸਹੀ ਤਰੀਕੇ ਨਾਲ ਕਰ ਦੇ ਤਾਂ ਤੁਹਾਡਾ ਵੀਜ਼ਾ ਤੁਸੀਂ ਐਕਸਪੈਕਟ ਕਰ ਸਕਦੇ ਵੀ ਵੀਜ਼ਾ ਗ੍ਰਾਂਟ ਹੋ ਜਾਏਗਾ। ਪਹਿਲੀ ਚੀਜ਼ ਹੁੰਦੀ ਹੈ ਜੀ ਜਿਹੜਾ ਫਾਰਮੂਲਾ ਕੀ ਲਗਾਉਣਾ ਕਿ ਵੀ ਕਿਹੜੀ ਯੂਨੀਵਰਸਿਟੀ ਕਿਹੜਾ ਕੋਰਸ ਤੇ ਕਿਹੜੇ ਲੈਵਲ 1 ਲੈਣੀ ਹੈ ਜਾਂ ਕੀ ਕਰਨਾ, ਉਹ ਸਭ ਤੋਂ ਮੇਨ ਪੋਰਸ਼ਨ ਆਉਂਦਾ ਵੀ ਉਹ ਰੈਲੇਵੈਂਸੀ ਕੋਰਸ ਪ੍ਰੋਗਰੈਸ਼ਨ ਤੇ ਉਹ ਸਾਰੀ ਚੀਜ਼ਾਂ ਇੱਕ ਵਾਰੀ ਕਹਿੰਦੇ ਨੇ ਵੀ ਗੱਡੀ ਟਰੈਕ ਤੇ ਚੜਾਉਣ ਦੀ ਗੱਲ ਹੈ ਵੀ ਸਹੀ ਟਰੈਕ ਤੇ ਗੱਡੀ ਚੜ੍ਹ ਗਈ। ਤੇ ਦੂਜੀ ਚੀਜ਼ ਆਉਂਦੀ ਹੈ ਜਦੋਂ ਫਾਈਲ ਐਮਬੈਸੀ 'ਚ ਲੱਗਣੀ ਹੈ ਉਹਦੇ 'ਚ ਸਟੇਟਮੈਂਟ ਪਰਪਸ ਦੀ ਗੱਲ ਆ ਜਾਂਦੀ ਹੈ, ਗੈਪ ਨੂੰ ਕਿਵੇਂ ਐਕਸਪਲੇਨ ਕਰਨਾ ਹੈ, ਤੁਹਾਡੇ ਕੋਈ ਕੈਸ਼ ਇਨ ਹੈਂਡ ਸੈਲਰੀ ਆ ਰਹੀ ਹੈ ਉਹਨੂੰ ਕਿਵੇਂ ਕਰਨਾ ਹੈ, ਤੇ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਤੇ ਉਸ ਟਾਈਮ ਤੇ ਵੀ ਕਿਹੜੇ ਡਾਕੂਮੈਂਟ ਲਗਾਉਣੇ ਆ ਜਿਹਦੇ ਨਾਲ ਫਾਈਲ ਮਜ਼ਬੂਤ ਹੋ ਜਾਏ ਤੇ ਵੀਜ਼ਾ ਆਰਾਮ ਨਾਲ ਲੱਗ ਜਾਏ। ਤੇ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਆਪ ਕਰਦਾ। ਇਹਦੇ ਵਿੱਚ ਮੇਰਾ ਸਟਾਫ ਠੀਕ ਹੈ ਵੀ ਫਾਰਮਸ ਭਰਨੇ ਹੁੰਦੇ ਨੇ ਜਾਂ ਆਨਲਾਈਨ ਐਪਲੀਕੇਸ਼ਨ ਪਾਣੀ ਹੁੰਦੀ ਹੈ ਜਾਂ ਫਾਈਲ ਲੌਜਮੈਂਟ ਕਰਨੀ ਹੈ ਉਹਨਾਂ ਦਾ ਕੰਮ ਹੈ। ਬਟ ਮੇਰਾ ਕੰਮ ਇਹ ਰਹਿੰਦਾ ਹੈ ਵੀ ਉਹਨਾਂ ਨੂੰ ਅੱਗੇ ਜਿਵੇਂ ਕਹਿੰਦੇ ਨੇ ਵੀ ਗੱਡੀ ਦਾ ਡਰਾਈਵਰ ਬਣ ਕੇ ਵੀ ਅੱਗੇ ਉਹਨਾਂ ਨੂੰ ਗਾਈਡ ਕਰਨਾ ਵੀ ਕਿਸ ਤਰੀਕੇ ਨਾਲ ਕਿਹੜੇ ਰਸਤੋਂ ਗੱਡੀ ਕੱਢ ਕੇ ਆਪਾਂ ਸਹੀ ਟਰੈਕ 'ਤੇ ਪਹੁੰਚਾਉਣੀ ਹੈ। ਤੇ ਸਭ ਉਹੀ ਗੱਲ ਆ ਗਈ ਵੀ 2 ਇੰਪੋਰਟੈਂਟ ਚੀਜ਼ਾਂ ਹੈਗੀਆਂ ਇਹ ਮੈਂ ਹੀ ਦੇਖਦਾ ਹਾਂ। ਸਟੇਟਮੈਂਟ ਪਰਪਸ ਮੈਂ ਦੇਖਦਾ, ਐਡਮਿਸ਼ਨ ਦਾ ਵੀ ਕਿਹੜੀ ਯੂਨੀਵਰਸਿਟੀ 'ਤੇ ਕਿਹੜਾ ਕੋਰਸ ਲੈਣਾ ਉਹ ਮੈਪ ਦੇਖਦਾ। ਫਾਈਲ ਜਦੋਂ ਐਮਬੈਸੀ 'ਚ ਜਾਣੀ ਹੈ ਵਰਕ ਐਕਸਪੀਰੀਅੰਸ ਦੀ ਕਿਵੇਂ
ਤੁਸੀਂ ਟੈਨਸ਼ਨ ਫਰੀ ਹੋ ਕੇ ਆਪਦਾ ਘਰੇ ਬੈਠੋ, ਆਰਾਮ ਕਰੋ, ਆਪਦਾ ਘੁੰਮੋ ਫਿਰੋ, ਆਪਦੀ ਲਾਈਫ ਇੰਜੋਏ ਕਰੋ। ਜਿਹੜਾ ਪ੍ਰੈਸ਼ਰ ਹੈ ਤੇ ਜਿਹੜਾ ਕੰਮ ਹੈਗਾ ਮੇਰਾ ਆਪਣਾ ਹੈ, ਤੇ ਮੇਰੇ ਜਿਹੜੇ ਕਲਾਇੰਟਸ ਦਾ ਇਹਦੇ ਵਿੱਚ ਕੋਈ ਉਹ ਨਹੀਂ ਰਹਿੰਦਾ ਹੈਗਾ ਵੀ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਅਸੀਂ ਉਹਨਾਂ ਨੂੰ ਆਉਣ ਦਿੰਦੇ ਕਿਸੇ ਵੀ ਤਰੀਕੇ ਨੂੰ। ਦੇਖੋ ਹਰ ਕਿਸੇ ਨੂੰ ਚਾਹੀਦਾ ਹੈਗਾ ਵੀ ਰਿਜ਼ਲਟ ਆਏ, ਰਿਜ਼ਲਟ ਸਹੀ ਆਏ, ਰਿਜ਼ਲਟ ਓਰੀਐਂਟਡ ਕੰਮ ਹੋਏ ਤੇ ਕੁਆਲਿਟੀ ਹਾਈ ਹੋਏ। ਵੀ ਕਿਸੇ ਨੂੰ ਵੀ ਪੈਸੇ ਦੇਣ 'ਚ ਇਤਰਾਜ਼ ਨਹੀਂ ਹੁੰਦਾ ਵੀ ਕੰਪਨੀ ਕਹਿੰਦੀ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਨੇ, ਵੀ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਵੀ ਜਦੋਂ ਉਹਦਾ ਰਿਜ਼ਲਟ ਉਹਦੇ ਹੱਥ 'ਚ ਆ ਰਿਹਾ। ਬਾਕੀ ਬਥੇਰੀਆਂ ਚੀਜ਼ਾਂ ਹੁੰਦੀਆਂ ਵੀ ਕੇਸ 'ਚ ਉੱਪਰ ਨੀਚੇ ਕਰਨ ਵਾਲੀਆਂ, ਵੀ ਜਿਹਨੂੰ ਕਹਿੰਦੇ ਵੀ ਥੋੜ੍ਹਾ ਧਿਆਨ ਦੇ ਕੇ ਫਾਈਲ ਅਗਰ ਲਗਾਈ ਜਾਏ, ਵੀ ਇੱਕੋ ਹੀ ਫਾਈਲ ਨੂੰ ਵੀ ਇੱਕ ਕੰਪਨੀ ਫੜ ਦੇਗੀ ਜੀ 6-8 ਮਹੀਨੇ ਕੁਛ ਨਹੀਂ ਐਡਮਿਸ਼ਨ ਵੀ ਨਹੀਂ ਕਰ ਪਾਉਂਦੀ, ਅਤੇ ਦੂਸਰੀ ਕੰਪਨੀ ਉਹੀ ਫਾਈਲ ਨੂੰ 1.5-2 ਮਹੀਨੇ 'ਚ ਫਾਈਲ ਐਮਬੈਸੀ 'ਚ ਜਾ ਕੇ ਵੀਜ਼ਾ ਵੀ ਦੇ ਦਿੰਦੀ ਹੈ। ਅਤੇ ਇਸ ਕਰਕੇ ਬੱਚੇ ਦੇ ਡਾਕੂਮੈਂਟ ਉਹੀ ਨੇ, ਯੂਨੀਵਰਸਿਟੀਆਂ ਵੀ ਉਹੀ ਹੈ, ਅਤੇ ਸਾਰਾ ਕੁਛ ਸਿਸਟਮ ਉਹੀ ਹੁੰਦਾ। ਪਰ ਫਰਕ ਕਿੱਥੇ ਹੁੰਦਾ ਵੀ ਕੰਸਲਟੈਂਟ ਦੀ ਜਿਹੜੀ ਇਨਫੋਰਮੇਸ਼ਨ ਨੌਲੇਜ ਕਿੰਨੀ ਹੈ, ਇਨਫੋਰਮੇਸ਼ਨ ਕਿੰਨੀ ਹੈ, ਤਾਂ ਕਿੰਨਾ ਕੁ ਕੰਸਲਟੈਂਟ ਜਿਹੜਾ ਹੈਗਾ ਸਟਰੋਂਗ ਹੈਗਾ। ਅਗਰ ਸਟਰੋਂਗ ਕੰਸਲਟੈਂਟ ਕੋਲ ਜਾਓਗੇ ਤੁਸੀਂ ਫਾਈਲ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਦੇਗਾ ਅਤੇ ਤੁਹਾਡਾ ਸਕਸੈਸਫੁਲੀ ਵੀਜ਼ਾ ਲੈ ਕੇ ਦੇਗਾ। ਨਹੀਂ ਤਾਂ ਕਿਤੇ ਨਾ ਕਿਤੇ ਤੁਸੀਂ ਹਰ ਸਟੇਜ 'ਤੇ ਤੁਹਾਨੂੰ ਪ੍ਰੋਬਲਮ ਆਏਗੀ ਵੀ ਵੀਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ, ਵੀ ਫਾਈਲ ਐਮਬੈਸੀ 'ਚ ਪਹੁੰਚਣੀ ਬਹੁਤ ਦੂਰ ਦੀ ਗੱਲ ਹੈ। ਤੁਹਾਨੂੰ ਜਿਹਨੂੰ ਕਹਿੰਦੇ ਵੀ ਆਫਰ ਲੈਟਰ ਨੂੰ ਹੀ ਤੁਹਾਨੂੰ ਇੰਨੇ ਕੁ ਚੱਕਰ ਦਵਾ ਦੇਗਾ ਵੀ ਤੁਸੀਂ ਬਾਹਰ ਜਾਣ ਦਾ ਸੋਚਣਾ ਹੀ ਬੰਦ ਕਰ ਦੋਗੇ, ਵੀ ਕਹਿਣ ਦੀ ਗੱਲ ਹੈ। ਠੀਕ ਹੈ ਸਰ, ਜਿੱਦਾਂ ਇੰਟਰਨੈਸ਼ਨਲ ਫਲਾਈਟਸ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਦੀ ਕੁਐਰੀਜ਼ ਹੁੰਦੀਆਂ ਨੇ, ਤਾਂ ਉਹਦੇ ਲਈ ਕੋਈ ਅਪਡੇਟ ਆਈ ਹੁਣ ਤੱਕ? ਦੇਖੋ ਇਸ ਟਾਈਮ 'ਤੇ ਅਪਡੇਟ ਇਹੀ ਹੈ ਵੀ ਕੁਝ ਸਟੇਟਸ ਵੀ ਆਪਾਂ ਸਿਡਨੀ, ਮੈਲਬਰਨ, ਜਿਵੇਂ ਨਿਊ ਸਾਊਥ ਵੇਲਜ਼, ਵਿਕਟੋਰੀਆ ਨੂੰ ਛੱਡ ਕੇ ਵੀ ਬਾਕੀ ਜਿਹੜੀਆਂ ਸਟੇਟਾਂ ਹੈਗੀਆਂ ਉਹ ਕਿਤੇ ਨਾ ਕਿਤੇ ਸੈਪਟੰਬਰ ਦੇ ਵਿੱਚ ਆਪਣੇ ਪਾਇਲਟ ਪ੍ਰੋਜੈਕਟ ਓਪਨ ਕਰਨਗੇ। ਵੀ 300 ਬੱਚਾ ਜਿਹੜਾ ਬੁਲਾਉਣ ਦੀ ਇੱਕ ਸਿਚੁਏਸ਼ਨ ਬਣ ਰਹੀ ਹੈ, ਵੀ ਜਿਹਦੇ ਵਿੱਚ ਵੀ ਇੱਕ ਪਾਇਲਟ ਪ੍ਰੋਜੈਕਟ ਦੇਖਿਆ ਜਾਏਗਾ। ਉਹਦੇ 'ਚ ਦੇਖਿਆ ਜਾਏਗਾ ਵੀ ਕੁਆਰੰਟਾਈਨ ਕਿਵੇਂ ਕਰਨਾ, ਅਤੇ ਸਾਰੀਆਂ ਵੀ ਕਿਸੇ ਚੀਜ਼ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈਗੀ, ਵੀ ਸਾਰਾ ਕੁਝ ਕਰਨ 'ਚ। ਅਤੇ ਇੱਕ ਵਾਰੀ ਸਾਰਾ ਪ੍ਰੋਸੈਸ ਜਦ ਕਾਮਯਾਬ ਹੋ ਜਾਏਗਾ ਅਤੇ ਸਾਰਾ ਉਹਨਾਂ ਨੂੰ ਦਿਖ ਜਾਏਗਾ ਵੀ ਕਿੱਥੇ ਕਿਹੜੀ ਸਟੇਜ 'ਤੇ ਕੀ ਪ੍ਰੋਬਲਮ ਆ ਰਹੀ ਹੈ, ਵੀ ਕੌਣ ਯੂਨੀਵਰਸਿਟੀ ਪੇ ਕਰ ਰਹੀ ਹੈ ਜਾਂ ਬੱਚਾ ਪੇ ਕਰ ਰਿਹਾ, ਗਵਰਨਮੈਂਟ ਨੂੰ ਪੇ ਕਰਨਾ ਪੈ ਰਿਹਾ, ਵੀ ਇਹ ਜਦੋਂ ਆਉਣ ਵਾਲਾ ਟਾਈਮ ਦੱਸੇਗਾ। ਬਟ ਅਦਰਵਾਈਜ਼ ਆਪਾਂ ਗੱਲ ਕਰੀਏ ਵੀ ਸਾਰਾ ਜਿਹੜਾ ਪ੍ਰੋਸੈਸ ਹੈਗਾ ਉਹ ਕਿਤੇ ਨਾ ਕਿਤੇ ਵੀ ਅਕਤੂਬਰ ਤੋਂ ਲੈ ਕੇ ਨਵੰਬਰ ਤੱਕ ਇਹਦੇ ਵਿੱਚ ਨਾਰਮਲ ਸਿਚੁਏਸ਼ਨ ਫਲਾਈਟਸ ਦੀ ਹੋ ਜਾਣੀ ਚਾਹੀਦੀ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ। ਓਕੇ, ਥੈਂਕ ਯੂ ਸੋ ਮਚ ਸਰ। ਲਓ ਜੀ, ਸਾਡੇ ਲਾਈਵ ਸ਼ੋਅ ਦਾ ਜਿਹੜਾ ਸਮਾਂ ਹੈ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਜਾਂਦੇ ਜਾਂਦੇ ਸਰ ਤੁਸੀਂ ਆਪਣੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ? ਦੇਖੋ ਇਸ ਟਾਈਮ 'ਤੇ ਨਵੰਬਰ ਇਨਟੇਕ ਹੈਗਾ ਕੁਝ ਯੂਨੀਵਰਸਿਟੀਆਂ, 2 ਤੋਂ 3 ਯੂਨੀਵਰਸਿਟੀਆਂ 'ਚ, ਬਾਕੀਆਂ ਸਾਰਾ ਕੁਝ ਫੈਬਰੀ ਇਨਟੇਕ ਹੈ। ਅਤੇ ਮੇਰੀ ਰਿਕਮੈਂਡੇਸ਼ਨ ਇਹ ਵੀ ਤੁਸੀਂ ਹੋਰ ਕੁਝ ਬੇਸ਼ੱਕ ਫਾਈਲ ਐਮਬੈਸੀ ਜਦੋਂ ਮਰਜ਼ੀ ਲਾ ਦਿਓ, ਫੀਸ ਜਦੋਂ ਮਰਜ਼ੀ ਪਾ ਦਿਓ, ਫਾਈਨੈਂਸ਼ੀਅਲ ਜਦੋਂ ਮਰਜ਼ੀ ਦਿਖਾ ਦਿਓ, ਵੀ ਇਹਦੀ ਐਡਮਿਸ਼ਨ ਲੈ ਕੇ ਜ਼ਰੂਰ ਸਿਕਿਉਰ ਕਰ ਦਿਓ। ਇਸ ਟਾਈਮ ਸਕਾਲਰਸ਼ਿਪ ਵੀ ਦੇ ਰਹੀਆਂ ਕੁਝ ਯੂਨੀਵਰਸਿਟੀਜ਼, ਅਤੇ ਬਾਕੀ ਪ੍ਰੋਸੈਸ ਜਿਹੜਾ ਹੈਗਾ GT ਦਾ ਅਤੇ ਐਡਮਿਸ਼ਨ ਦਾ ਬਹੁਤ ਇਸ ਟਾਈਮ 'ਤੇ ਆਸਾਨ ਹੈਗਾ ਐਜ਼ ਕੰਪੇਅਰ ਟੂ ਵੀ ਨਾਰਮਲ ਟਾਈਮ ਨੂੰ ਲੈ ਕੇ ਚੱਲੀਏ, ਕਿਉਂਕਿ ਜ਼ਿਆਦਾ ਐਪਲੀਕੇਸ਼ਨਾਂ ਯੂਨੀਵਰਸਿਟੀਆਂ ਕਾਲਜਿਸ ਕੋਲੇ ਨਹੀਂ ਹੈਗੇ, ਵੀ ਬਹੁਤ ਜ਼ਿਆਦਾ ਰਸ਼ ਨਹੀਂ ਹੈਗਾ। ਇਸ ਕਰਕੇ ਸਹੀ ਟਾਈਮ 'ਤੇ ਤੁਸੀਂ ਐਡਮਿਸ਼ਨ ਲੈ ਕੇ ਆਪਦੇ ਕੋਲ ਰੱਖ ਲਓ। ਬਾਕੀ ਜਦੋਂ ਤੁਸੀਂ ਕਹੋਗੇ ਫਾਈਨੈਂਸ਼ੀਅਲ ਤੁਹਾਡੇ ਕੋਲ ਤਿਆਰ ਹੋ ਗਏ ਉਦੋਂ ਦਿਖਾ ਦਿਓ, ਜਦੋਂ ਤੁਹਾਡਾ ਫੀਸ ਭਰਨ ਦਾ ਮਨ ਹੋ ਗਿਆ ਉਦੋਂ ਤੁਸੀਂ ਕਰ ਦਿਓ, ਜਦੋਂ ਫਲਾਈਟਾਂ ਸ਼ੁਰੂ ਹੋ ਗਿਆ ਉਦੋਂ ਬੇਸ਼ੱਕ ਫਾਈਲ ਵਾਲਿਓ ਐਮਬੈਸੀ 'ਚ, ਉਹ ਤੁਹਾਡੀ ਮਰਜ਼ੀ ਹੈ। ਬਟ ਐਡਮਿਸ਼ਨ ਜ਼ਰੂਰ ਲੈ ਦਿਓ, ਅਤੇ ਇਹਦੇ ਨਾਲ ਤੁਹਾਡਾ ਜਿਹਨੂੰ ਕਹਿੰਦੇ ਵੀ 80 to 90% ਕੰਮ ਕੰਪਲੀਟ ਹੋ ਚੁੱਕਾ ਹੋਏਗਾ, ਅਤੇ ਬਾਕੀ ਜਿਹੜਾ ਰਹਿ ਗਿਆ ਵੀ ਫਾਈਲ ਐਮਬੈਸੀ 'ਚ ਜਾ ਕੇ ਵੀਜ਼ਾ ਲੈਣ ਦਾ, ਉਹ ਆਪਾਂ ਮੌਕੇ 'ਤੇ ਕਰ ਦਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਕੁਐਸਚਨਸ ਦੇ ਜਿਹੜੇ ਆਨਸਰਸ ਨੇ ਉਹ ਮਿਲ ਗਏ ਹੋਣਗੇ। ਅਗਲੀ ਵਾਰ ਫਿਰ ਲੈ ਕੇ ਹਾਜ਼ਰ ਹੋਵਾਂਗੇ ਇੱਕ ਨਵੇਂ ਟੌਪਿਕ ਦੇ ਨਾਲ, ਇੱਕ ਨਵਾਂ ਲਾਈਵ ਸ਼ੋਅ। ਸਤਿ ਸ਼੍ਰੀ ਅਕਾਲ।